हेलो फ्रेंड्स, सत श्री अकाल साਰਿਆਂ ਨੂੰ। ਵੈਲਕਮ ਟੂ ਆਲ ਐਟ ਦ ਆਨਲਾਈਨ ਪਲੇਟਫਾਰਮ ਆਫ ਪੰਜਾਬ ਕਲਾਸਿਸ ਜਲਾਲਾਬਾਦ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਮੈਂ ਫਿਰ ਤੁਹਾਡੇ ਸਾਹਮਣੇ ਡੇ 3 ਲੈ ਕੇ ਮੀਨਸ ਕਿ ਪੀਏ ਸਟੇਟ ਦੀ ਇੰਗਲਿਸ਼ ਪੈਡਾਗੋਜੀ ਦਾ ਥਰਡ ਡੇ ਲੈ ਕੇ ਤੁਹਾਡੇ ਸਾਹਮਣੇ ਆਈ ਹਾਂ। ਹਰ ਰੋਜ਼ ਆਪਾਂ ਜਿਹੜੀ ਇਹ ਕਲਾਸ ਹੈ 12 ਵਜੇ ਲਾਈਵ ਜਿਹੜੀ ਹੈ ਉਹ ਆਪਾਂ YouTube ਤੇ ਲੈ ਕੇ ਆਇਆ ਕਰਾਂਗੇ। ਜਿੱਦਾਂ ਕਿ ਆਪਾਂ ਆਪਣੇ ਪਿਛਲੇ 2 ਦਿਨਾਂ ਦੇ ਵਿੱਚ ਪੁਰਾਣੇ ਪੇਪਰਸ ਨੂੰ ਐਕਸਪਲੇਨ ਕੀਤਾ ਕਿ ਪੁਰਾਣੇ ਪੇਪਰਸ ਵਿੱਚ ਜੋ ਕੁਐਸਚਨਸ ਆਏ ਆ ਉਹਨਾਂ ਨੂੰ ਆਪਾਂ ਇੱਕ ਇੱਕ ਕੁਐਸਚਨ ਨੂੰ ਅੰਡਰਸਟੈਂਡ ਕੀਤਾ, ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਕਿ ਆਪਾਂ ਪੇਪਰ ਦੇ ਸਟਰਕਚਰ ਨੂੰ ਸਮਝ ਸਕੀਏ। ਅੱਜ ਫਿਰ ਮੈਂ ਕੁਝ ਕੁਐਸਚਨਸ ਲੈ ਕੇ ਤੁਹਾਡੇ ਸਾਹਮਣੇ ਆਈ ਆ। ਇਹਨਾਂ ਕੁਐਸਚਨਸ ਦੇ ਹੈਲਪ ਦੇ ਨਾਲ ਆਪਾਂ ਜਿਹੜੀ ਹੈ ਉਹਨੂੰ ਪੇਪਰ ਦੇ ਸਟਰਕਚਰ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦਾ ਪੇਪਰ ਜਿਹੜਾ ਹੈ, ਕਿਸ ਤਰ੍ਹਾਂ ਦੇ ਕੁਐਸਚਨਸ ਜਿਹੜੇ ਪੇਪਰ ਦੇ ਵਿੱਚ ਆਏ ਪਾਏ ਜਾਂਦੇ ਆ। ਆਪਾਂ ਕੀ ਕਰਦੇ ਆ, ਆਪਾਂ ਸਾਰਾ ਸਿਲੇਬਸ ਪੜ੍ਹਦੇ ਆ। ਠੀਕ ਹੈ, ਸਿਲੇਬਸ ਆਪਾਂ ਪੜ੍ਹ ਲਿਆ, ਜੋ ਚੀਜ਼ ਆਪਾਂ ਨੂੰ ਪੇਪਰ ਦੇ ਵਿੱਚ ਆਂਦੀ ਹੈ ਉਹ ਆਪਾਂ ਕਿਤੇ ਨਾ ਕਿਤੇ ਪੜ੍ਹੀ ਹੁੰਦੀ ਹੈ, ਲੇਕਿਨ ਪ੍ਰੋਬਲਮ ਕਿੱਥੇ ਆਂਦੀ ਹੈ, ਕਿਸ ਚੀਜ਼ ਕਰਕੇ ਆਪਣਾ ਜਿਹੜਾ ਮੀਨਸ ਕੀ ਪੇਪਰ ਹੈ ਆਪਾਂ ਉਹਨੂੰ ਕ੍ਰੈਕ ਨਹੀਂ ਕਰ ਪਾਉਂਦੇ। ਉਹ ਮੇਨ ਪ੍ਰੋਬਲਮ ਆਂਦੀ ਹੈ ਜਦੋਂ ਕਿ ਆਪਾਂ ਕੁਐਸਚਨ ਨੂੰ ਅੰਡਰਸਟੈਂਡ ਨਹੀਂ ਕਰ ਪਾਉਂਦੇ। ਕੁਐਸਚਨ ਉਹੀ ਹੁੰਦਾ ਹੈ, ਤੁਹਾਡੇ ਹੀ ਸਿਲੇਬਸ ਦੇ ਵਿੱਚੋਂ ਦਿੱਤਾ ਹੁੰਦਾ ਹੈ, ਸਿਰਫ ਪ੍ਰੋਬਲਮ ਆਂਦੀ ਹੈ ਕਿ ਉਹਨੂੰ ਥੋੜਾ ਘੁਮਾ ਫਿਰਾ ਕੇ ਦਿੱਤਾ ਹੁੰਦਾ ਹੈ। ਤੇ ਇਸ ਲਈ ਸਭ ਤੋਂ ਜ਼ਰੂਰੀ ਚੀਜ਼ ਇਹੀ ਹੈ ਕਿ ਕੁਐਸਚਨ ਨੂੰ ਚੰਗੀ ਤਰ੍ਹਾਂ ਸਮਝਿਆ ਜਾਵੇ ਤਾਂ ਕਿ ਆਪਾਂ ਇਹ ਸਮਝ ਸਕੀਏ ਕਿ ਕੁਐਸਚਨ ਕਿਸ ਟੌਪਿਕ ਤੋਂ ਕਿਸ ਤਰੀਕੇ ਨਾਲ ਪਾਇਆ ਗਿਆ ਹੈ। ਆਪਾਂ ਇਸ ਸੀਰੀਜ਼ ਦੇ ਅਕੋਰਡਿੰਗਲੀ ਇਹੀ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਆਪਾਂ ਹੋਰ ਸਿਰਫ ਪੀਐਸ ਟੈਟ ਹੀ ਨਹੀਂ, ਸੀ ਟੈਟ ਔਰ ਐਚ ਟੈਟ ਜਾਂ ਹੋਰ ਵੀ ਜਿਹੜੇ ਇਸ ਤਰ੍ਹਾਂ ਦੇ ਮੀਨਸ ਕਿ ਕੰਪੀਟੀਟਿਵ ਐਗਜ਼ਾਮਸ ਹੈ ਉਹਨਾਂ ਤੋਂ ਕੁਐਸਚਨਸ ਉਠਾ ਕੇ ਆਪਾਂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਚਲੋ ਥੋੜਾ ਜ਼ਿਆਦਾ ਸਮਾਂ ਨਾ ਵੇਸਟ ਕਰਦੇ ਹੋਏ ਆਪਾਂ ਆਪਣੇ ਕੁਐਸਚਨਸ ਵੱਲ ਵਧਦੇ ਹਾਂ। In order to make evaluation an enabling factor for learning rather than an impediment, ongoing assessment should document a learner's progress through. पहला क्वेश्चन ਨੂੰ ਸਮਝਣ ਦੀ ਕੋਸ਼ਿਸ਼ ਕਰੀਏ। In order to make evaluation ਕਰਨ ਦੇ ਲਈ, evaluation means ਕਿ ਜਿਹੜੀ ਆਪਾਂ evaluate ਕਰਦੇ ਆ ਕਿਸੇ ਨੂੰ ਵੀ ਸਟੂਡੈਂਟ ਨੂੰ, ਜਿਹੜੀ ਆਪਾਂ ਉਹਨਾਂ ਦੀ evaluation ਕਰਦੇ ਆ, ਉਹਨੂੰ ਚੈੱਕ ਕਰਦੇ ਆ, ਉਹਨਾਂ ਦੀ ਮੀਨਸ ਕਿ ਜੋ ਉਹਨਾਂ ਨੇ ਆਪਣਾ ਪੂਰਾ ਜੋ ਵੀ ਉਹਨਾਂ ਨੇ ਪੜ੍ਹਿਆ ਹੈ ਉਹਨਾਂ ਨੂੰ ਉਸ ਚੀਜ਼ ਨੂੰ ਪੂਰੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਆ, ਉਹਨੂੰ ਆਪਾਂ ਕਹਿੰਦੇ ਆ evaluation. In order to make evaluation ਕਰਨ ਦੇ ਲਈ an enabling factor, ਕਿਹੜਾ ਫੈਕਟਰ ਇਨੇਬਲ, ਕਿਹੜਾ ਮੇਨ ਫੈਕਟਰ ਜਿਹੜਾ ਹੈ ਮੀਨਸ ਕਿ an enabling factor for learning ਦੇ ਲਈ ਕਿਹੜਾ enabling factor ਹੈ rather than an impediment ਕੀ ਹੁੰਦਾ ਹੈ, ਕਿਸੇ ਚੀਜ਼ ਦੇ ਵਿੱਚ ਕੋਈ ਰੁਕਾਵਟ, ਕਿ ਜਿਹੜਾ ਲਰਨਿੰਗ ਦੇ ਵਿੱਚ ਆਪਣੇ ਲਈ ਹੈਲਪਫੁਲ ਹੁੰਦਾ ਹੈ ਨਾ ਕਿ ਉਹਦੇ ਵਿੱਚ ਰੁਕਾਵਟ ਪੈਦਾ ਕਰਦਾ ਹੈ। ongoing assessment should document a learner's progress, ਕਿ ਜਿਹੜਾ ongoing assessment ਜਿਹੜੀ ਹੈ, ਜਿਹੜੀ ਕਿ assessment ਚੱਲ ਰਹੀ ਹੈ, ਉਹਦੇ ਵਿੱਚ ਕਿਹੜਾ ਡਾਕੂਮੈਂਟ ਜਿਹੜਾ ਹੈ ਲਰਨਰ ਦੀ ਪ੍ਰੋਗਰੈਸ ਦੇ ਲਈ ਹੋਣਾ ਚਾਹੀਦਾ ਹੈ। ਕਿਹਦੇ ਥਰੂ ਆਪਾਂ, ਕਿਸ ਟੈਸਟ ਦੇ ਥਰੂ ਆਪਾਂ ਜਿਹੜੀ ਹੈ ਉਹਨਾਂ ਦੀ ਜਿਹੜੀ ਅਸੈਸਮੈਂਟ ਆਪਾਂ ਇਵੈਲੂਏਟ ਕਰ ਸਕਦੇ ਹਾਂ, ਉਹਨਾਂ ਦੀ ਅਸੈਸਮੈਂਟ ਕਰ ਸਕਦੇ ਹਾਂ। ਅਚੀਵਮੈਂਟ ਟੈਸਟ, ऑब्जेक्टिव टाइप टेस्ट, पोर्टफोलियो मोड और ऑल द अबव। ਇੱਥੇ ਗੱਲ ਕੀਤੀ ਕਿ ਆਪਾਂ ਲਰਨਰ ਦੀ ਓਵਰਆਲ ਸਾਰਾ ਆਪਾਂ ਚੈੱਕ ਕਰਨਾ ਹੈ ਕਿ ਬੱਚਾ ਕਿੱਥੇ ਕੀ ਲਰਨ ਕਰ ਰਿਹਾ ਜਿਹੜਾ ਉਹਦੀ ਹੈਲਪ ਕਰੇਗਾ। ਮੀਨਸ ਕਿ ਆਪਾਂ ਉਹ ਵਾਲੀ ਚੀਜ਼ਾਂ ਉਹਦੇ ਮੀਨਸ ਕਿ ਉਹਦੀ ਲਰਨਿੰਗ ਦੇ ਵਿੱਚ ਆਪਾਂ ਪਾਣੀ ਹੈ ਕਿ ਜਿਹੜੀ ਉਹਦੀ ਲਰਨਿੰਗ ਦੇ ਵਿੱਚ ਹੈਲਪ ਕਰਨਗੀਆਂ, ਉਸ ਚੀਜ਼ ਨੂੰ ਆਪਾਂ ਸਮਝਣਾ ਹੈ। ਅਚੀਵਮੈਂਟ ਟੈਸਟ ਕੀ ਹੁੰਦਾ ਹੈ ਕਿ ਅਚੀਵਮੈਂਟ ਟੈਸਟ ਹੋ ਗਿਆ ਜਿੱਦਾਂ ਕਿ ਆਪਾਂ ਪੂਰੇ ਸਿਲੇਬਸ ਜਿਹੜਾ ਆਪਾਂ ਦਿੰਦੇ ਕਿ ਜਦੋਂ ਇੱਕ ਕਲਾਸ ਦੀ ਜਦੋਂ ਆਪਾਂ ਐਂਡ ਤੇ ਪੇਪਰ ਲੈਣੇ, ਫਾਈਨਲ ਐਗਜ਼ਾਮਸ ਹੋ ਗਏ ਜਿਹੜੇ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਕਿ ਉਹ ਅਚੀਵਮੈਂਟ ਟੈਸਟ ਹੈ ਕਿ ਬੱਚੇ ਨੇ ਕੀ ਅਚੀਵ ਕੀਤਾ ਹੈ, ਜੋ ਆਪਾਂ ਸਿਲੇਬਸ ਉਹਨਾਂ ਨੂੰ ਕਰਾਇਆ ਜੋ ਉਹਦੇ ਵਿੱਚ ਉਹਨਾਂ ਨੇ ਕੀ ਅਚੀਵ ਕੀਤਾ ਹੈ, ਉਹ ਹੋ ਜਾਂਦੀ ਆਪਣੀ ਅਚੀਵਮੈਂਟ ਟੈਸਟ। ਆਬਜੈਕਟਿਵ ਟਾਈਪ ਟੈਸਟ ਆਪਾਂ ਨੂੰ ਸਭ ਨੂੰ ਪਤਾ ਕਿ ਆਬਜੈਕਟਿਵ ਟਾਈਪ ਟੈਸਟ ਕੀ ਹੈ, ਜਿੱਦਾਂ ਕਿ ਆਪਾਂ ਹੁਣ ਟੈਟ ਦਾ ਟੈਸਟ ਦਿੰਦੇ ਹਾਂ ਜਾਂ ਕਿਸੇ ਵੀ ਹੋਰ ਕੰਪੀਟੀਟਿਵ ਕੋਈ ਵੀ ਐਗਜ਼ਾਮ ਦੇ ਰਹੇ ਹਾਂ, ਉਹਦੇ ਵਿੱਚ ਕੀ ਹੈ ਨਾਰਮਲੀ ਆਬਜੈਕਟਿਵ ਟਾਈਪ ਟੈਸਟ ਜਿਹੜੇ ਆ ਪਾਏ ਜਾਂਦੇ ਆ। ਥਰਡ ਆ ਜਾਂਦਾ ਹੈ ਪੋਰਟਫੋਲੀਓ ਮੋਡ। ਪੋਰਟਫੋਲੀਓ ਮੋਡ ਕੀ ਹੈ? ਪੋਰਟਫੋਲੀਓ ਕੀ ਹੁੰਦਾ ਹੈ? ਜਿਹਦੇ ਵਿੱਚ ਸਾਰੀ ਦੀ ਸਾਰੀ ਇਨਫੋਰਮੇਸ਼ਨ ਹੁੰਦੀ ਹੈ। ਪੋਰਟਫੋਲੀਓ ਮੋਡ ਦੇ ਵਿੱਚ ਕੀ ਆ ਜਾਏਗਾ ਕਿ ਲਰਨਰ ਦੀ ਪੂਰੀ ਜਿਹੜੀ ਇਨਫੋਰਮੇਸ਼ਨ ਹੈ ਕਿ ਉਹ ਕੀ ਸਿੱਖ ਰਿਹਾ, ਕਿੱਦਾਂ ਸਿੱਖ ਰਿਹਾ, ਉਹਦੀ ਮੀਨਸ ਕਿ ਅਲੱਗ-ਅਲੱਗ ਹਰ ਜਿਹੜੀ ਹੈ ਉਹਦੀ ਕਹਿ ਲਓ ਕਿ ਕੈਟੇਗਰੀ ਨੂੰ ਜਿਹੜਾ ਹੈ ਉਹਨੂੰ ਡਿਸਕ੍ਰਾਈਬ ਕਰ ਰਿਹਾ, ਉਹਨੂੰ ਆਪਾਂ ਕਹਿੰਦੇ ਆ ਪੋਰਟਫੋਲੀਓ ਮੋਡ। ਲਾਸਟ ਆਪਾਂ ਕਹਿੰਦੇ ਕਿ ਆਪਣਾ ਰਿਪੋਰਟ ਕਾਰਡ ਜਿਹੜਾ ਤਿਆਰ ਕੀਤਾ ਜਾਂਦਾ ਦੈਟ ਇਜ਼ ਕਮਸ ਅੰਡਰ ਦੀ ਪੋਰਟਫੋਲੀਓ ਮੋਡ। ਇੱਥੇ ਕੀ ਕੁਐਸਚਨ 'ਚ ਗੱਲ ਕੀਤੀ ਗਈ ਸੀ? ਕੁਐਸਚਨ 'ਚ ਗੱਲ ਕੀਤੀ ਗਈ ਸੀ ਕਿ ਇਵੈਲੂਏਸ਼ਨ ਕਰਨ ਦੇ ਲਈ ਇੱਕ ਲਰਨਰ ਦੀ ਉਸ ਚੀਜ਼ ਨੂੰ ਇਵੈਲੂਏਟ ਕਰਨਾ ਹੈ
ਜਿਹੜੀ ਕਿ ਲਰਨਰ ਨੂੰ ਹੈਲਪ ਕਰਦੀ ਹੈ ਅੱਗੇ ਵਧਣ ਦੇ ਵਿੱਚ, ਨਾ ਕਿ ਉਹਦੇ ਵਿੱਚ ਕੋਈ ਰੁਕਾਵਟ ਪੈਦਾ ਕਰਦੀ ਹੈ। ਉਸ ਚੀਜ਼ ਨੂੰ ਆਪਾਂ ਕਹਿੰਦੇ ਆ, ਉਸ ਚੀਜ਼ ਨੂੰ ਚੈੱਕ ਕਰਨ ਲਈ ਆਪਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ, ਕਿਹੜੇ ਆਪਾਂ ਨੂੰ ਅਸੈਸਮੈਂਟ ਦੀ ਜ਼ਰੂਰਤ ਹੈ, ਉਹਨੂੰ ਆਪਾਂ ਕਹਾਂਗੇ ਪੋਰਟਫੋਲੀਓ ਮੋਡ, ਕਿ ਆਪਾਂ ਨੂੰ ਪੋਰਟਫੋਲੀਓ ਮੋਡ ਦੀ ਜ਼ਰੂਰਤ ਹੁੰਦੀ ਹੈ। ਨੈਕਸਟ ਆ ਜਾਈਏ, the reading sub skills which should be focused for developing reading proficiency among students include, रीडिंग ਦੀ ਕਿਹੜੀ ਸਬ ਸਕਿੱਲ ਜਿਹੜੀ ਆ ਵਿੱਚ ਐਡ ਕਰਨੀ ਚਾਹੀਦੀ, ਵਿੱਚ ਇਨਕਲੂਡ ਕਰਨੀ ਚਾਹੀਦੀ ਹੈ, which should be focused, ਕਿਹਦੇ ਉੱਤੇ ਫੋਕਸ ਕਰੇ, for developing reading proficiency, रीडिंग proficiency means ਕਿ ਉਹਦੀ ਇੱਕ ਲਰਨਰ ਦੀ ਜਿਹੜੀ ਹੈ ਰੀਡਿੰਗ ਨੂੰ ਬਹੁਤ ਵਧੀਆ ਬਣਾ ਦੇ, ਪ੍ਰੋਫੀਸ਼ੀਐਂਟ ਬਣਾ ਦੇ, ਉਹਦੇ ਵਾਸਤੇ ਆਪਾਂ ਸਟੂਡੈਂਟਸ ਦੀ ਰੀਡਿੰਗ ਵਿੱਚ ਕਿਹੜੀਆਂ ਸਬ ਸਕਿੱਲਸ ਨੂੰ ਐਡ ਕਰਾਂਗੇ, ਇਨਕਲੂਡ ਕਰਾਂਗੇ। ਫਰਸਟ ਵਨ ਇਜ਼ ਐਕਸਟੈਂਡਡ ਰੀਡਿੰਗ, रीडिंग फॉर इनफेरेंस, स्कैनिंग द टेक्स्ट, ऑल द अबव। ਇਹਨਾਂ ਨੇ ਰੀਡਿੰਗ ਦੀਆਂ ਹੀ ਸਬ ਸਕਿੱਲਸ ਦਿੱਤੀਆਂ ਸਾਰੀਆਂ ਕਿ ਐਕਸਟੈਂਡਡ ਰੀਡਿੰਗ ਮੀਨਸ ਕਿ ਆਪਾਂ ਸਿਰਫ ਸਿਲੇਬਸ ਨੂੰ ਲੈ ਕੇ ਨਹੀਂ ਪੜ੍ਹਨਾ, ਉਸ ਤੋਂ ਇਲਾਵਾ ਆਪਾਂ ਆਪਣੇ ਪਲੇਜਰ ਲਈ ਪੜ੍ਹ ਰਹੇ ਹਾਂ, ਜਿਹਨੂੰ ਆਪਾਂ ਐਕਸਟੈਂਸਿਵ ਰੀਡਿੰਗ ਕਹ ਰਹੇ, ਉਹ ਕੀ ਰੀਡਿੰਗ ਤੋਂ ਉਸ ਤੋਂ ਅਲੱਗ ਜਾ ਕੇ ਵੀ ਕੁਝ ਪੜ੍ਹਨਾ, ਰਾਈਟ। ਰੀਡਿੰਗ ਫॉर ਇਨਫਰੈਂਸ ਕਿ ਜਿਹੜਾ ਆਪਾਂ ਨੂੰ ਸਿਲੇਬਸ ਦਿੱਤਾ ਹੈ ਆਪਾਂ ਉਹਨੂੰ ਪੜ੍ਹ ਰਹੇ ਹਾਂ। ਸਕੈਨਿੰਗ ਅ ਟੈਕਸਟ, ਇੱਕ ਆਪਾਂ ਨੂੰ ਟੈਕਸਟ ਦਿੱਤਾ ਗਿਆ ਕਿ ਆਪਾਂ ਓਵਰਆਲ ਇੱਕ ਵਿਊ ਉਠਾ ਲੈਂਦੇ ਆ ਨਾ, ਉਹਨੂੰ ਸਕੈਨ ਕਰ ਲੈਂਦੇ ਆ। तो ਆਪਾਂ ਕਿਉਂਕਿ ਰੀਡਿੰਗ ਦੇ ਵਿੱਚ ਬੱਚੇ ਨੂੰ ਪ੍ਰੋਫੀਸ਼ੀਐਂਟ ਬਣਾਉਣ ਦੇ ਲਈ ਰੀਡਿੰਗ ਵਿੱਚ ਉਹਨੂੰ ਸਾਰੀਆਂ ਦੀ ਸਾਰੀਆਂ ਸਕਿੱਲਸ ਉਹਦੇ ਲਈ ਜ਼ਰੂਰੀ ਹੈ। ਸੋ ਆਨਸਰ ਵਿਲ ਬੀ ਆਲ ਦਾ ਅਬਵ। ਕਿ ਰੀਡਿੰਗ ਇੱਕ ਕਿਸੇ ਵੀ ਲਰਨਰ ਦੀ ਰੀਡਿੰਗ ਉਦੋਂ ਹੀ ਬੈਟਰ ਹੋਏਗੀ, ਉਦੋਂ ਹੀ ਬੈਸਟ ਹੋਏਗੀ ਜਦੋਂ ਕਿ ਉਹ ਇੱਕ ਚੀਜ਼ ਨੂੰ ਆਪਣੇ ਸਿਲੇਬਸ ਦੇ ਅਕੋਰਡਿੰਗਲੀ ਵੀ ਪੂਰਾ ਪੜ੍ਹਦਾ ਹੈ, ਜੇ ਆਪਾਂ ਕਹੀਏ ਕਿ ਉਹਦੇ ਵਿੱਚ ਹੋਰ ਇੰਟਰਸਟ ਹੁੰਦਾ, ਹੋਰ ਬੁੱਕਸ ਨੂੰ ਵੀ ਪੜ੍ਹਨ ਦੀ ਕੋਸ਼ਿਸ਼ ਕਰਦਾ ਹੈ, ਉਹਨੂੰ ਵੀ ਆਪਣੇ ਇੰਟਰਸਟ ਦੇ ਅਕੋਰਡਿੰਗਲੀ ਇਹ ਆਪਣੇ ਪਲੇਜਰ ਦੇ ਲਈ ਪੜ੍ਹਦਾ ਹੈ। ਉਸ ਤੋਂ ਇਲਾਵਾ ਕਿ ਜੇ ਉਹਨੂੰ ਆਪਾਂ ਕਹੀਏ ਕਿ ਆਪਾਂ ਉਹਨੂੰ ਕੋਈ ਟੌਪਿਕ ਦੇ ਰਹੇ ਹਾਂ ਤਾਂ ਉਹ ਉਹਨੂੰ ਇੱਕ ਸਕੈਨ ਕਰਕੇ, ਉਹਦੀ ਸਕਿਮਿੰਗ ਕਰਕੇ ਉਹਦੇ ਵਿੱਚੋਂ ਸੈਂਟਰਲ ਆਈਡੀਆ ਨਿਕਾਲਦਾ ਹੈ, ਜਾਂ ਉਹਨੂੰ ਵੀ ਆਪਾਂ ਕਹਿੰਦੇ ਆ ਕਿ ਉਹ ਸਾਰੇ ਇੱਕ ਅੱਛੀ ਇੱਕ ਪ੍ਰੋਫੀਸ਼ੀਐਂਸੀ ਜਿਹੜੀ ਹੈ ਉਹ ਰੀਡਿੰਗ ਦੇ ਵਿੱਚ ਹੁੰਦੀ ਹੈ, ਜੇ ਉਹ ਹਰ ਚੀਜ਼ ਦੇ ਉੱਤੇ ਉਹਦੀ ਮੀਨਸ ਕਿ ਉਹਨੂੰ सक्सेसफुल हो जाता है। सो आंसर विल बी ऑल द अबव। नेक्स्ट आ जाइए, ongoing continuous as formative evaluation can become meaningful only when ongoing ਜਿਹੜੀ ਚੱਲ ਰਹੀ ਹੈ, continuous लगातार, as formative evaluation ਕਿ ਜਿਹੜੇ ਆਪਾਂ ਜਦੋਂ timely ਆਪਾਂ time to time ਜਿਹੜੀ ਹੈ ਬੱਚੇ ਨੂੰ evaluate ਕਰਦੇ ਆ, become meaningful ਕਦੋਂ meaningful ਹੋ ਜਾਂਦੀ ਹੈ, ਜਦੋਂ teachers take responsibility of learners progress। teachers take responsibility of learners progress ਦਾ ਮਤਲਬ ਹੋ ਗਿਆ ਕਿ ਸਾਰੀ ਜ਼ਿੰਮੇਵਾਰੀ ਟੀਚਰ ਦੀ ਹੈ ਕਿ ਬੱਚੇ ਨੇ ਕੀ ਸਿੱਖਿਆ ਕੀ ਨਹੀਂ, ਉਹ ਟੀਚਰ ਦੀ ਜ਼ਿੰਮੇਵਾਰੀ, ਉਹਨੇ ਕੀ ਸਿੱਖਿਆ, ਕਿੱਦਾਂ ਸਿਖਾਇਆ, ਕਿੱਦਾਂ ਨਹੀਂ, ਉਹ ਟੀਚਰ ਦੇ ਉੱਤੇ ਆ ਜਾਂਦਾ ਹੈ। learners take responsibility of their progress means ਕਿ ਸੈਕੰਡ ਪੁਆਇੰਟ ਉਹਨੇ ਕੀ ਕਿਹਾ ਕਿ ਸਿਰਫ ਲਰਨਰ ਦੀ ਹੈ, ਉਹ ਚ ਟੀਚਰ ਨੂੰ ਕੋਈ ਲੈਣਾ ਦੇਣਾ ਨਹੀਂ। ਪਹਿਲੇ ਵਿੱਚ ਇਹ ਸੀਗਾ ਕਿ ਉਹ ਚ ਲਰਨਰ ਨੂੰ ਕੋਈ ਲੈਣਾ ਦੇਣਾ ਨਹੀਂ, ਟੀਚਰ ਦੀ ਰਿਸਪੌਂਸਿਬਿਲਿਟੀ ਹੈ, ਬੱਚਾ ਨਹੀਂ ਵੀ ਪੜ੍ਹ ਰਿਹਾ ਤਾਂ ਉਹਨੇ ਕਿੱਦਾਂ ਪੜ੍ਹਾਉਣਾ ਹੈ ਕਿੱਦਾਂ ਨਹੀਂ। ਲਰਨਰ ਦੇ ਵਿੱਚ ਇੱਥੇ ਕੀ ਹੈ, ਸੈਕੰਡ ਪੁਆਇੰਟ ਉਹਨੇ ਕੀ ਕਿਹਾ ਕਿ ਲਰਨਰ ਜਿਹੜਾ ਸਾਰੀ ਰਿਸਪੌਂਸਿਬਿਲਿਟੀ ਲੈਂਦਾ, ਲਰਨਰ ਰਿਸਪੌਂਸਿਬਿਲਿਟੀ ਲੈਂਦਾ ਮੀਨਸ ਕਿ ਉਹਨੇ ਕਿੱਦਾਂ ਪ੍ਰੋਗਰੈਸ ਕਰਨੀ ਹੈ, ਟੀਚਰ ਨੂੰ ਕੋਈ ਪਤਾ ਨਹੀਂ, ਉਹ ਆਏਗਾ ਪੜ੍ਹਾਉਂਦਾ ਹੈ ਨਹੀਂ ਪੜ੍ਹਾਉਂਦਾ। ਉਹਦੇ ਵਿੱਚ ਕੀ ਹੈ ਕਿ ਲਰਨਰ ਨੇ ਹੀ ਇੰਟਰਸਟ ਲੈਣਾ ਕਿ ਮੇਰਾ ਸਿਲੇਬਸ ਹੈ, ਮੈਂ ਆਹ ਚੀਜ਼ ਪੜ੍ਹਨੀ ਹੈ, ਕਿਸ ਤਰ੍ਹਾਂ ਪੜ੍ਹਨੀ ਹੈ, ਕਿਸ ਤਰ੍ਹਾਂ ਨਹੀਂ ਪੜ੍ਹਨੀ। थर्ड पॉइंट ਵਿੱਚ ਉਹਨੇ ਕੀ ਕਿਹਾ, both teachers and learners take responsibility of their own progress कि दोनों साइड तो ही लर्नर भी और टीचर भी दोनों ही उस चीज की रिस्पॉन्सिबिलिटी लेंदे है, उस चीज ਵਿੱਚ ਮੀਨਸ ਕਿ ਆਪਣੀ ਪ੍ਰੋਗਰੈਸ ਨੂੰ ਵਧਾਉਣ ਦੇ ਲਈ। ਲਾਸਟ ਪੁਆਇੰਟ ਵਿੱਚ ਉਹਨੇ ਕਿਹਾ, ਐਕਸਟਰਨਲ ਬੈਂਚਮਾਰਕਸ ਆਰ ਸੁਜੈਸਟਡ ਬਾਈ ਦੀ ਐਕਸਪਰਟਸ ਕਿ ਜਿਹੜੇ ਐਕਸਪਰਟਸ ਹੈਗੇ ਆ ਉਹਨਾਂ ਨੇ ਇੱਕ ਬੈਂਚਮਾਰਕ ਸੈੱਟ ਕਰ ਦਿੱਤਾ ਕਿ ਤੁਸੀਂ ਇੰਨਾ ਪੜ੍ਹਾਉਣਾ ਹੈ, ਏਦਾਂ ਕਰਨਾ ਹੈ, ਔਰ ਉਹਦੇ ਅਕੋਰਡਿੰਗਲੀ ਜਿਹੜੀ ਹੈ ਆਪਾਂ ਮੀਨਸ ਕਿ ਕਹੀਏ ਕਿ ਫਾਰਮੇਟਿਵ ਇਵੈਲੂਏਸ਼ਨ ਕਰਦੇ ਹਾਂ। ਹੁਣ ਇਹਦੀ ਗੱਲ ਕਰੀਏ, ਦੇਖੋ ਕੋਈ ਵੀ ਚੀਜ਼ ਹੈ, ਠੀਕ ਹੈ, ਆਪਾਂ ਕਹਿੰਦੇ ਕਿ ਲੈਣ ਦਾ ਦੇਣ ਹੈ, ਜਾਂ ਮੀਨਸ ਕਿ ਇਧਰ ਜਿਹੜੀ ਆਪਣੀ ਪੰਜਾਬੀ ਵਿੱਚ ਕਹਾਵਤਾਂ ਬਣੀਆਂ ਹੋਈਆਂ ਕਿ ਕੋਈ ਵੀ ਚੀਜ਼ ਹੈ ਜਦੋਂ ਦੋ ਚੀਜ਼ਾਂ ਆਪਸ ਦੇ ਵਿੱਚ ਮੀਨਸ ਕਿ ਦੋ ਪਰਸਨ ਦੋ ਚੀਜ਼ਾਂ, ਕੋਈ ਵੀ ਦੋ ਚੀਜ਼ਾਂ ਨੂੰ ਆਪਾਂ ਮੀਨਸ ਕਿ ਇਕੱਠੇ ਕਰਦੇ ਜਿਨ੍ਹਾਂ ਦੇ ਉਹਨਾਂ ਕੋਲੋਂ ਇੱਕ ਰਿਜ਼ਲਟ ਲੈਣਾ ਹੈ, ਉਸ ਰਿਜ਼ਲਟ ਲੈਣ ਦੇ ਲਈ ਜੇ ਦੋਨੋਂ ਹੀ ਚੀਜ਼ਾਂ ਵਿੱਚ ਉਹਦੇ ਪ੍ਰੋਪਰਲੀ ਕੰਮ ਨਹੀਂ ਕਰਨਗੀਆਂ ਤਾਂ ਉਹ ਰਿਜ਼ਲਟ ਕਿੱਦਾਂ ਆਏਗਾ। ਜੇ ਇੱਕ ਵੀ ਪੁਆਇੰਟ ਵੀਕ ਹੋਏਗਾ, ਇੱਕ ਆਪਾਂ ਕਹਿੰਦੇ ਆ ਸਾਈਕਲ ਹੈ,
साइकिल दे दो टायर है, सिर्फ अगला टायर चल रहा है, पिछला टायर जो आप चलना वो बंद हो गया, कोई फर्क नहीं, अगला टायर खिंच के लेके जा रहे हैं। या फिर आप गल करें कि पिछला टायर चल रहा है और अगला टायर चलना बंद हो गया, तो जो पिछला टायर है जबरदस्ती धक्का दे के लेके जा रहा है, वो ਜਿਹੜੀ ਆਪਾਂ ਕਹੀਏ ਕਿ ਸਹੀ ਆਪਣੇ ਕੋਲ ਸਕਸੈਸ ਮਿਲੇਗੀ ਉਹਦੇ ਵਿੱਚ ਨਹੀਂ। ਉਹ ਸਹੀ ਸਕਸੈਸ ਲੈਣ ਦੇ ਲਈ ਕੀ ਜ਼ਰੂਰੀ ਹੈ ਕਿ ਉਹ ਦੋਨੋਂ ਟਾਇਰ ਹੀ ਚੱਲਣੇ ਚਾਹੀਦੇ ਹੈ। ਜੇ ਸਾਈਕਲ ਦਾ ਅਗਲਾ ਟਾਇਰ ਚੱਲ ਰਿਹਾ ਤਾਂ ਪਿਛਲਾ ਟਾਇਰ ਵੀ ਚੱਲਣਾ ਚਾਹੀਦਾ, ਉਹ ਦੋਨਾਂ ਦੀ ਆਪਸ ਦੇ ਵਿੱਚ ਇੱਕ ਜਿਹੜੀ ਹੈ ਕੋਆਰਡੀਨੇਸ਼ਨ ਹੋਏਗੀ, ਸਹੀ ਕੋਆਰਡੀਨੇਸ਼ਨ ਹੋਏਗੀ ਤਾਂ ਹੀ ਜਿਹੜਾ ਸਾਈਕਲ ਜਿਹੜਾ ਆ ਸਹੀ ਚੱਲੇਗਾ ਤੇ ਆਪਾਂ ਆਪਣੀ ਮੰਜ਼ਿਲ ਦੇ ਉੱਤੇ ਪਹੁੰਚਾਂਗੇ। ਇਸੇ ਤਰ੍ਹਾਂ ਹੀ ਇਹੀ ਚੀਜ਼ ਆਪਣੀ ਇਹਦੇ ਵਿੱਚ ਆ ਜਾਂਦੀ ਹੈ ਕਿ ਜਦੋਂ ਆਪਾਂ ਫਾਰਮੇਟਿਵ ਇਵੈਲੂਏਸ਼ਨ ਕਰਨੀ ਹੈ ਜਾਂ ਆਪਾਂ ਕੋਈ ਵੀ ਕਰੀਏ ਕਿ ਜੇ ਲਰਨਿੰਗ ਦਾ ਪ੍ਰੋਸੈਸ ਚਲਾਣਾ ਹੈ, ਲਰਨਿੰਗ ਦੇ ਪ੍ਰੋਸੈਸ ਦੇ ਲਈ ਲਰਨਰ ਔਰ ਜਿਹੜਾ ਟੀਚਰ ਹੈ ਦੋਨਾਂ ਨੂੰ ਹੀ ਉਹਦੇ ਵਿੱਚ एक्टिव पार्टिसिपेशन दोनों की होनी बहुत जरूरी है। टीचर हेल्प करेगा अपने लर्नर को सीखने के लिए। सो द आंसर इज बोथ टीचर्स एंड लर्नर्स टेक रिस्पॉन्सिबिलिटी ऑफ देयर ओन प्रोग्रेस। नेक्स्ट क्वेश्चन इज लैंग्वेज इवैल्यूएशन शुड फोकस ऑन। लैंग्वेज इवैल्यूएशन किस चीज उत्ते फोकस करनी चाहिए है? फर्स्ट पॉइंट इज अचीवमेंट विद रिस्पेक्ट टू particularly सिलेबी। सिलेबी की हुंदा है? सिलेबस का प्लूरल, सिलेबस हुंदा ना अपना, सिलेबस का प्लूरल है उन्होंने आपां कहने आ सिलेबी। ठीक है। मेजरमेंट ऑफ लैंग्वेज प्रोफिशिएंसी, बोथ ऑफ दीज और नन ऑफ दीज। अचीवमेंट विद रिस्पेक्ट टू पर्टिकुलर सिलेबी मींस कि जो एक पर्टिकुलर सिलेबस मेंशन किया गया है, लैंग्वेज इवैल्यूएशन किते डिपेंड करेगी कि जो एक पर्टिकुलर सिलेबस आपां नूं दिता गया है ਉਹਦੇ ਵਿੱਚ ਆਪਾਂ ਪੂਰੀ ਤਰ੍ਹਾਂ ਮਿਲ ਕੇ ਉਹਨੂੰ ਅਚੀਵ ਕਰਨਾ, ਉਸ ਸਿਲੇਬਸ ਨੂੰ ਚੰਗੀ ਤਰ੍ਹਾਂ ਸਮਝਣਾ, ਚੰਗੀ ਤਰ੍ਹਾਂ ਸਿੱਖਣਾ। ਸੈਕਿੰਡ ਪੁਆਇੰਟ ਉਹਨੇ ਕੀ ਕਿਹਾ? ਮੈਜਰਮੈਂਟ ਆਫ ਲੈਂਗੁਏਜ ਪ੍ਰੋਫੀਸ਼ੀਐਂਸੀ, ਕਿ ਜੋ ਲੈਂਗੁਏਜ ਦੀ ਮੀਨਸ ਕਿ ਲੈਂਗੁਏਜ ਆਪਾਂ ਸਿੱਖ ਲਈ ਜਾਂ ਲੈਂਗੁਏਜ ਆਪਾਂ ਸਿੱਖ ਰਹੇ ਆ ਉਹਦੇ ਵਿੱਚ ਜੋ ਆਪਾਂ ਪ੍ਰੋਫੀਸ਼ੀਐਂਸੀ ਹਾਸਿਲ ਕੀਤੀ ਹੈ ਉਸ ਪ੍ਰੋਫੀਸ਼ੀਐਂਸੀ ਨੂੰ ਮੈਜਰ ਕਰਨਾ। लैंग्वेज इवैल्यूएशन सिर्फ सिलेबस ਨੂੰ ਹੀ ਆਪਣੀ ਪ੍ਰੋਫੀਸ਼ੀਐਂਸੀ ਨੂੰ ਵੀ ਮੈਜਰ ਕੀਤਾ ਜਾਂਦਾ। ਸੋ ਆਨਸਰ ਇਜ਼ ਬੋਥ ਆਫ ਥੀਸ, ਕਿ ਦੋਨਾਂ ਚੀਜ਼ਾਂ ਨੂੰ ਹੀ ਉਹਦੇ ਵਿੱਚ ਆਪਾਂ ਲੈ ਕੇ ਚੱਲਣਾ ਹੈ ਕਿ ਦੋਨੋਂ ਚੀਜ਼ਾਂ ਹੀ ਇੰਪੋਰਟੈਂਟ ਹੈ। ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਨਾਟ ਟਰੂ ਅਬਾਊਟ ਰੀਡਿੰਗ। ਰੀਡਿੰਗ ਦੇ ਲਈ ਕਿਹੜੀ ਸਟੇਟਮੈਂਟ ਜਿਹੜੀ ਹੈ ਉਹ ਟਰੂ ਨਹੀਂ ਹੈਗੀ। रीडिंग इज अ ट्रांसफरेबल स्किल। रीडिंग इज अ ट्रांसफरेबल स्किल। सेकंड है मदर ट्रांसफरेबल स्किल। पहला अपन समझ लिए ट्रांसफरेबल स्किल की है। ट्रांसफरेबल स्किल जी एक तो दूजे वाले ट्रांसफर हो जाती है। रीडिंग एक ट्रांसफरेबल स्किल है कि कोई चीज़ है या कोई स्टूडेंट जिदा अपने बैठे हैं, मैं उन्होंने एक स्टोरी पढ़ के सुना रही हूँ, मैं पढ़ रही हाँ, मेरी रीडिंग जी ट्रांसफर हो रही है, स्टूडेंट्स जो उस चीज़ को समझ रहे हैं, तो वो की है रीडिंग एक ट्रांसफरेबल स्किल है। मदर टंग रीडिंग फेलियर डज नॉट एडवर्सली अफेक्ट सेकंड लैंग्वेज रीडिंग। मदर टंग रीडिंग फेलियर, मदर टंग रीडिंग जे एक बच्चे एक बच्चा जो पंजाब में जन्म लै रहा उसकी मदर टंग की हो गई पंजाबी हो गई, एक जो बच्चा एक जो स्टूडेंट है वो अपनी मदर टंग नू रीड नहीं कर पा रहा, मीनस कि उन्होंने पंजाबी रीड करनी नहीं आती, डज नॉट एडवर्सली अफेक्ट सेकंड लैंग्वेज रीडिंग। पहले तुसी इस पॉइंट में समझने की कोशिश करो, उन्हें की किया कि जेड़ा स्टूडेंट या जेड़ा भी लर्नर है जो अपनी मदर टंग नू अच्छी तरह रीड नहीं कर पा रहा, डज नॉट एडवर्सली इफेक्ट, कि वो सेकंड लैंग्वेज नू रीड करन दे विच एडवर्सली इफेक्ट नहीं करेगा। एडवर्सली इफेक्ट मीन कि ओदा गलत या उल्टा इफेक्ट ओदे उत्ते नहीं पेगा, एदा मीनिंग ये हो गया। इंटेंसिव रीडिंग हेल्प्स टू डेवलप लिंग्विस्टिक स्किल्स। इंटेंसिव रीडिंग की आपां गल कीती सी, इंटेंसिव रीडिंग का मतलब है कि जो रीडिंग आपां मीनस कि पूरी गहराई विच करदे आ अपने सिलेबस में, मीन कि अपनी पर्टिकुलर चीज़ां जिहड़े पढ़न दे लई आपां बिल्कुल गहराई विच जाके जिस चीज़ नूं पढ़दे आ, दैट इज दी इंटेंसिव रीडिंग। जिहड़ी इंटेंसिव रीडिंग हुंदी आपां नूं लिंग्विस्टिक स्किल्स नूं डेवलप करन विच हेल्प करदी है कि अपने सिलेबस विच पर्टिकुलर चीज़ ग्रामर दित्ती हुई है, रूल्स दित्ते, रेगुलेशंस दित्ते हुए, जिन्हों आपां चंगी तरह रीड करदे हैं तो ऑब्वियसली साडी लिंग्विस्टिक स्किल्स जिहड़ियां डेवलप होणगियां। आई स्पैन इज अ सब स्किल ऑफ रीडिंग। आई स्पैन की हुंदा है? नॉर्मली तुसीं देखो कि जो आपां कोई भी लैंग्वेज पढ़ना सीख जाने आपां पंजाबी की गल कर ली, हिंदी की गल कर ली, इंग्लिश की गल कर लीए, कि जो आपां स्टार्टिंग बच्चे नूं रीड करवाना शुरू कर देना कि बच्चे नूं आपां पहला
टू लेटर वर्ड या थ्री लेटर वर्ड्स रीड करवाने शुरू किए, बच्चे ਨੂੰ ਆਪਾਂ ਸਿਖਾਉਂਦੇ ਆ CAT कैट BAT बैट, ਬੱਚਾ ਉਸ ਪੂਰੇ ਹਰ ਲੈਟਰ ਨੂੰ ਪੜ੍ਹਦਾ ਹੈ ਔਰ ਉਹਨੂੰ ਮੀਨਸ ਕਿ ਫਿਰ ਉਹ ਪੜ੍ਹ ਕੇ ਬੋਲਣਾ ਸਿੱਖਦਾ ਹੈ। ਹੌਲੀ ਹੌਲੀ ਜਿੱਦਾਂ ਬੱਚੇ ਦਾ ਲੈਵਲ ਵੱਧਦਾ ਜਾਂਦਾ ਹੈ, ਠੀਕ ਹੈ, ਕਲਾਸਿਸ ਵੱਧ ਰਹੀਆਂ ਆ, ਹੌਲੀ ਹੌਲੀ ਬੱਚੇ ਦਾ ਲੈਵਲ ਜਿਹੜਾ ਉਹ ਵੱਧਦਾ ਜਾ ਰਿਹਾ ਹੈ। ਜਦੋਂ ਲੈਵਲ ਵੱਧਦਾ ਹੈ, ਜਿਹੜਾ ਬੱਚਾ CAT कैट मीन कि ਆਪਾਂ ਕਹੀਏ ਕਿ LKG ਜਾਂ UKG ਵਿੱਚੋਂ ਬੱਚਾ CAT कैट ਪੜ੍ਹ ਰਿਹਾ ਸੀ, ਜਦੋਂ ਥਰਡ ਫੋਰਥ ਵਿੱਚ ਆ ਜਾਂਦਾ ਉਹ ਸਿੱਧਾ ਦੇਖ ਕੇ ਉਹਨੂੰ ਫਟਾਫਟ ਪਤਾ ਹੁੰਦਾ ਕੈਟ ਹੈ, ਉਹ ਸਿੱਧਾ ਬੋਲਦਾ ਕੈਟ ਹੈ, ਬੈਟ ਹੈ, ਦਿਸ ਇਜ਼ ਅ ਕੈਟ, ਦੈਟ ਇਜ਼ ਅ ਰੈਟ। ਉਹ ਇਹਨਾਂ ਚੀਜ਼ਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦਾ, ਮੀਨਸ ਕਿ ਇੱਕ ਪੂਰਾ ਸੈਂਟੈਂਸ ਵੀ ਪੜ੍ਹਨਾ ਸ਼ੁਰੂ ਕਰ ਦਿੰਦਾ। ਆਈ ਸਪੈਨ ਦਾ ਮਤਲਬ ਕੀ ਹੈ ਕਿ ਜਦੋਂ ਆਪਾਂ ਫਸਟ ਲੈਟਰ ਦੇਖ ਕੇ ਆਪਾਂ ਨੂੰ ਸਮਝ ਆ ਜਾਂਦੀ ਹੈ ਕਿ ਇਹ ਲੈਟਰ ਆਹ ਚੀਜ਼ ਲਿਖੀ ਹੋਏਗੀ, ਆਪਾਂ ਨੂੰ ਮੀਨਸ ਕਿ ਜ਼ਿਆਦਾ ਟਾਈਮ ਲਗਾ ਕੇ ਹੁਣ ਆਪਾਂ ਕੋਈ ਮੀਨਸ ਕਿ ਆਪਾਂ ਨੂੰ ਇੰਗਲਿਸ਼ ਰੀਡ ਕਰਨੀ ਆਉਂਦੀ ਹੈ ਤੇ ਆਪਾਂ ਕੋਈ ਪੈਰਾਗ੍ਰਾਫ ਪੜ੍ਹੀਏ ਤਾਂ ਆਪਾਂ ਨੂੰ ਜ਼ਿਆਦਾ ਟਾਈਮ ਨਹੀਂ ਹੈ ਕਿ ਮੈਂ ਰੀਡਿੰਗ ਪੜ੍ਹਨ ਪਹਿਲਾਂ ਪੜਾਂਗੀ READING ਰੀਡਿੰਗ, ਇਹ ਨਹੀਂ ਹੈ, ਮੈਂ ਦੇਖ ਕੇ ਪੜ੍ਹ ਲਿਆ ਰੀਡਿੰਗ, ਉਹ ਕੀ ਹੈ ਉਹਨੂੰ ਕਹਿੰਦੇ ਆਪਾਂ ਆਈ ਸਪੈਨ। ਆਈ ਸਪੈਨ ਕੀ ਹੈ, ਉਹ ਰੀਡਿੰਗ ਦੀ ਇੱਕ ਸਬ ਸਕਿੱਲ। ਸੋ ਆ ਵੀ ਠੀਕ ਹੈ, ਲਿੰਗੁਇਸਟਿਕ ਸਕਿੱਲ ਨੂੰ ਡਿਵੈਲਪ ਵੀ ਕਰਦੀ ਹੈ। ਜਿਹੜੀ ਆਈ ਸਪੈਨ ਹੈ ਉਹ ਰੀਡਿੰਗ ਦੀ ਸਬ ਸਕਿੱਲ ਵੀ ਹੈ। ਇਹਦੇ ਵਿੱਚ ਰੋਂਗ ਕੀ ਹੈ, ਇਨਕਰੈਕਟ ਕੀ ਹੈ, ਨॉट ट्रू ना, ट्रू ਕੀ ਨਹੀਂ ਹੈ, ਮਦਰ ਟੰਗ ਰੀਡਿੰਗ failure does not adversely affect second language reading, ਕਿ ਜੇ ਬੱਚਾ ਆਪਣੀ ਮਦਰ ਟੰਗ ਨੂੰ ਹੀ ਰੀਡ ਨਹੀਂ ਕਰ ਪਾ ਰਿਹਾ ਤਾਂ ਉਹਦਾ ਇਫੈਕਟ ਜਿਹੜਾ ਆ ਉਹਨੂੰ ਸੈਕੰਡ ਲੈਂਗੁਏਜ ਨੂੰ ਰੀਡ ਕਰਨ ਦੇ ਵਿੱਚ ਵੀ ਆਏਗਾ ਹੀ ਆਏਗਾ। right, come to the next one, input rich communicational environments are a prerequisite for language learning. Which out of the following falls under the domain of inputs? Input rich communication, input ਸਾਰਿਆਂ ਨੂੰ ਪਤਾ ਕੀ ਹੋਏਗਾ, input ਦਾ ਮਤਲਬ ਹੁੰਦਾ ਹੈ ਜਦੋਂ ਆਪਾਂ ਕਿਸੇ ਚੀਜ਼ ਦੇ ਵਿੱਚ ਕੋਈ ਚੀਜ਼ ਐਡ ਕਰਦੇ ਆ, ਕੋਈ ਹੋਰ aids ਜਿਹਨੂੰ ਆਪਾਂ ਕਹਿੰਦੇ ਨੇ, ਜਿੱਦਾਂ ਨਾ ਕਿ aids ਦਿੱਤੀਆਂ ਜਾਂਦੀਆਂ। input rich communicational environments are a prerequisite, prerequisite ਦਾ ਮਤਲਬ ਕੀ ਹੈ, ਪਹਿਲੀ ਸ਼ਰਤ for language learning, language learn ਕਰਨ ਦੀ ਪਹਿਲੀ ਸ਼ਰਤ ਕੀ ਹੈ ਕਿ input rich communication environment, ਜਿਹੜਾ ਆਪਣਾ environment ਹੈ ਉਹ ਆਪਣੇ ਸਿੱਖਣ ਦੇ ਲਾਇਕ ਹੋਣਾ ਚਾਹੀਦਾ ਹੈ। ਉਹਦੇ ਵਿੱਚ ਮੀਨਸ ਕਿ inputs communicational inputs ਜਿਹੜੇ ਹੋਣੇ ਚਾਹੀਦੇ ਕਿ ਜਿਹਨਾਂ ਚੀਜ਼ਾਂ ਨਾਲ ਆਪਾਂ communicate ਕਰ ਸਕਦੇ ਹਾਂ। ਇਹਨਾਂ ਵਿੱਚ ਉਹਨਾਂ ਨੇ ਕਿਹਾ ਕਿ ਕਿਹੜੀ ਚੀਜ਼ ਜਿਹੜੀ ਹੈ ਉਹ ਆਪਣੇ inputs ਹੈ, inputs ਦੇ ਅੰਡਰ ਆਉਂਦੀ ਹੈ। learner chosen text, ਆਪਾਂ ਬੁੱਕਸ ਬੱਚਿਆਂ ਨੂੰ ਮੀਨਸ ਕਿ ਪ੍ਰੋਵਾਈਡ ਕਰਵਾਉਂਦੇ ਆ, ਆਪਾਂ ਨੂੰ ਵੀ ਜਿਹੜੀਆਂ ਹੁਣ ਆਪਣੇ ਸਿਲੇਬਸ ਦੀਆਂ ਬੁੱਕਸ ਜਿਹੜੀਆਂ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਮੀਨਸ ਕਿ ਆਪਾਂ ਮਾਰਕੀਟ ਤੋਂ ਲੈਂਦੇ ਆ, ਇੱਕ ਮੈਂਸ਼ਨ ਕੀਤੀ ਜਾਂਦੀ ਕਿ ਆਪਾਂ ਇਸ ਚੀਜ਼ ਤੋਂ ਲੈ ਕੇ ਆ ਚੀਜ਼ ਜਿਹੜੀ ਆ ਸਿੱਖ ਸਕਦੇ ਆ। ਲਰਨਰਸ ਦੇ ਲਈ ਜਿਹੜਾ ਹੈ ਇੱਕ ਟੈਕਸਟ ਜਿਹੜਾ ਆ ਉਹ ਚੂਜ਼ ਕੀਤਾ ਜਾਂਦਾ ਸਿਲੇਬਸ ਦੇ ਅਕੋਰਡਿੰਗਲੀ, ਆਬਵੀਅਸਲੀ ਹੈ ਕਿ ਇਹ ਇਨਪੁਟ ਹੀ ਹੈ, ਠੀਕ ਹੈ, ਆਪਣੇ ਕੋਲ ਇੱਕ ਟੈਕਸਟ ਦਿੱਤਾ ਹੋਇਆ ਹੈ, ਆਪਾਂ ਉਹਦੇ ਥਰੂ ਲੈਂਗੁਏਜ ਨੂੰ ਸਿੱਖਣਾ ਹੈ ਤਾਂ ਉਹ ਆਪਣੇ ਲਈ ਇੱਕ ਇਨਪੁਟ ਹੀ ਹੈ ਨਾ। ਸੈਕਿੰਡ ਉਹਨੇ ਕਿਹਾ क्लास लाइब्रेरीज बनाई गई हैं, अलग अलग बुक्स की चार्ट्स मॉडल्स वगैरह ਆਪਾਂ ਨੂੰ ਉੱਥੋਂ ਪ੍ਰੋਵਾਈਡ ਹੁੰਦੇ ਆ, ਆਪਾਂ ਨੂੰ ਉੱਥੋਂ ਮਿਲਦੇ ਆ, ਉਹ ਵੀ ਇੱਕ ਤਰ੍ਹਾਂ ਆਪਣੇ ਲਈ ਇਨਪੁਟ ਹੀ ਹੈ। ਮੀਡੀਆ ਸਪੋਰਟ, ਆਪਾਂ ਕਹਿੰਦੇ ਆ ਕਿ ਬੱਚੇ ਨੂੰ ਨਹੀਂ, ਆਪਾਂ ਵੀ ਆਪਣੀ ਵੀ ਗੱਲ ਕਰੀਏ ਕਿ ਇੱਕ ਜਿਹੜਾ ਪਰਸਨ ਹੈ ਜਦੋਂ ਉਹਦੇ ਸਾਹਮਣੇ ਕੋਈ ਚੀਜ਼ ਰੱਖੀ ਜਾਂਦੀ ਨਾ, ਪ੍ਰੈਕਟੀਕਲੀ ਕਿਸੇ ਚੀਜ਼ ਨੂੰ ਦੇਖ ਕੇ ਜਿਹੜਾ ਬੱਚਾ ਜਾਂ ਮੀਨਸ ਕੋਈ ਵੀ ਪਰਸਨ ਜਿੰਨਾ ਸਿੱਖਦਾ ਹੈ ਉਹ ਆਪਾਂ ਥਿਓਰੈਟਿਕਲੀ ਕਿਸੇ ਨੂੰ ਪੜ੍ਹਾ ਕੇ ਉਹ ਚੀਜ਼ ਨਹੀਂ ਸਿਖਾ ਸਕਦੇ। ਮੀਡੀਆ ਸਪੋਰਟ ਜਿੱਦਾਂ ਕਿ ਆਪਾਂ ਵੀਡੀਓਜ਼ ਦੇ ਥਰੂ ਜਾਂ ਮੀਨਸ ਕਿ ਚਾਰਟਸ ਮॉडल्स ਦੇ ਥਰੂ ਜਿਹੜੀ ਚੀਜ਼ਾਂ ਆਪਾਂ ਜਦੋਂ ਉਸ ਚੀਜ਼ ਦੀ ਸਪੋਰਟ ਦਿੰਦੇ ਆ ਉਹਦੇ ਨਾਲ ਵੀ ਇੱਕ ਸਟੂਡੈਂਟ ਜਿਹੜਾ ਹੈ ਬਹੁਤ ਕੁਝ ਸਿੱਖਦਾ ਹੈ। ਸੋ ਇਹ ਵੀ ਇੱਕ ਕੀ ਹੈ, ਇਨਪੁਟ ਹੀ ਹੈ। ਸੋ ਆਂਸਰ ਵਿਲ ਬੀ ਆਲ ਆਫ ਥੀਸ, ਕਿ ਸਾਰੇ ਦੇ ਸਾਰੇ ਜਿਹੜੇ ਆ ਆਪਣੇ ਇਨਪੁਟ ਦੇ ਅੰਡਰ ਹੀ ਆ ਜਾਂਦੇ ਆ ਜਿਹੜੇ ਕਿ ਆਪਾਂ ਨੂੰ ਲੈਂਗੁਏਜ ਲਰਨ ਕਰਨ ਦੇ ਵਿੱਚ ਹੈਲਪ ਕਰਦੇ ਆ। Teachers should consider a child's perspective learning path before trying to expand the child's grasp of language. These are the views of, ਪਹਿਲਾਂ ਤਾਂ view ਦੇਖੋ ਕੀ ਹੈ ਕਿ teacher should consider a child's perspective, ਕਿ ਇੱਕ teacher ਨੂੰ ਇੱਕ ਬੱਚੇ ਦੇ perspective, ਬੱਚੇ ਦੀ ਕੀ क्षमता ਹੈਗੀ ਹੈ ਉਸ ਚੀਜ਼ ਨੂੰ ਸਮਝ ਕੇ ਬੱਚੇ ਦੇ perspective ਦੇ accordingly learning part ਜਿਹੜੀ ਹੈ ਪਹਿਲਾਂ ਕੀ ਮੀਨਸ ਕਿ ਉਹਦੀ ਗ੍ਰੈਸਪ ਨੂੰ ਵਧਾਉਣ ਦੇ ਲਈ, ਵਧਾਉਣ ਤੋਂ ਪਹਿਲਾਂ ਕਿ ਲੈਂਗੁਏਜ ਦੀ ਗ੍ਰੈਸਪ ਨੂੰ ਵਧਾਉਣ ਤੋਂ ਪਹਿਲਾਂ ਕਿ ਆਪਾਂ ਇਹ ਦੇਖਣਾ ਕਿ ਬੱਚੇ ਦੇ ਵਿੱਚ ਕਿੰਨੀ ਕੁ ਸਿੱਖਣ ਦੀ क्षमता ਹੈਗੀ ਹੈ, ਕਿ ਇਹ ਨਹੀਂ ਹੈ ਕਿ ਆਪਾਂ ਬੱਚਾ ਜਿਹੜਾ ਹੈ ਉਹ ਹੱਲੇ ਆਪਣਾ ਐਲਫਾਬੈਟ ਵੀ ਨਹੀਂ ਸਿੱਖ ਰਿਹਾ ਤੇ ਆਪਾਂ ਉਹਨੂੰ ਪਹਿਲਾਂ ਹੀ ਸੈਂਟੈਂਸ ਸਿਖਾਣੇ ਸ਼ੁਰੂ ਕਰ ਦਿੰਦੇ।
ਇਹ ਜਿਹੜੇ ਵਿਊਜ਼ ਸੀਗੇ ਇਹ ਵਿਊਜ਼ ਕਿਹਨੇ ਦਿੱਤੇ ਸੀ? ਹਾਂਜੀ, ਇਹ ਵਿਊਜ਼ ਦਿੱਤੇ ਸੀ ਵਿਗੋਤਸਕੀ ਨੇ। These views has been given by Vygotsky. Come to the next one. Language is a system of arbitrary vocal symbols by means of which a social group cooperates is stated by. This is the definition of language. This is one of the famous definition of language. Language is a system of arbitrary vocal symbols by means of which a social group cooperates is stated by. कि ਜਿਹੜੇ ਆ ਇੱਕ ਲੈਂਗੁਏਜ ਕੀ ਹੈ ਇਹ ਸਿਸਟਮ ਆਫ ਵੋਕਲ ਆਰਬਿਟਰੇਰੀ ਵੋਕਲ ਸਿੰਬਲ ਕਿ ਇਹ ਆਰਬਿਟਰੇਰੀ ਵੋਕਲ ਸਿੰਬਲ ਦਾ ਇੱਕ ਸਿਸਟਮ ਹੈ ਜਿਹਦੇ ਥਰੂ ਕਿ ਸੋਸ਼ਲ ਗਰੁੱਪ ਕੋਆਪਰੇਟਸ ਕਰਦਾ ਹੈ। ਦਿਸ definition has been given by Bernard Bloch and George L. Trager. Bernard Bloch and George L. Trager. ਆਪਾਂ ਆਪਣੀ ਜਿਹੜੀ ਮੀਨਸ ਕਿ ਲਰਨਿੰਗ ਐਕੁਜੀਸ਼ਨ ਵਿੱਚ ਜਿਹੜੀ ਇੱਕ ਚੀਜ਼ ਐਕਸਪਲੇਨ ਕੀਤਾ ਸੀ ਕਿ ਆਰਬਿਟਰੇਰੀ ਵੋਕਲ ਸਿੰਬਲਸ ਕੀ ਹੁੰਦੇ ਆ। which of the following statement is not true about language? language ਦੇ ਲਈ ਇਹਨਾਂ ਵਿੱਚੋਂ ਕਿਹੜੀ statement true ਨਹੀਂ ਹੈਗੀ? language is not a outcome of the culture to which it belongs. Language is a skill and it has to be acquired. The system of language consists of sound, structure and items of vocabulary. The symbols of a language are arbitrary. ਆਪਾਂ ਪਿੱਛੇ ਤੋਂ ਸ਼ੁਰੂ ਕਰਾਂਗੇ, ਲਾਸਟ ਪੁਆਇੰਟ ਤੋਂ ਸ਼ੁਰੂ ਕਰਾਂਗੇ। ਪਹਿਲਾਂ ਉਹਨਾਂ ਨੇ ਗੱਲ ਕੀਤੀ the symbols of a language are arbitrary. ਪਹਿਲਾ ਇਸ ਤੋਂ ਜਿਹੜਾ ਪਹਿਲਾ ਕੁਐਸਚਨ ਕੀਤਾ ਉਹਦੇ ਵਿੱਚ ਹੀ ਆਪਾਂ ਜਿਹੜੀ ਡੈਫੀਨੇਸ਼ਨ ਐਕਸਪਲੇਨ ਕੀਤਾ ਉਹਦੇ ਵਿੱਚ ਆਪਾਂ ਇਹ ਚੀਜ਼ ਕਹੀ ਹੈ ਕਿ ਜਿਹੜੀ ਹੈ ਮੀਨਸ ਕਿ ਲੈਂਗੁਏਜ ਕੀ ਹੈ ਇਹ ਸਿਸਟਮ ਆਫ ਆਰਬਿਟਰੇਰੀ ਵੋਕਲ ਸਾਊਂਡ ਜਿਹੜੇ ਸਿੰਬਲਸ ਹੈ ਉਹਨਾਂ ਦਾ ਇੱਕ ਸਿਸਟਮ ਹੈ, ਰਾਈਟ। ਸੋ ਇਹ ਤਾਂ ਟਰੂ ਹੀ ਆਬਵੀਅਸਲੀ ਟਰੂ ਹੈ, ठीक है। The system of language consists of sound, structure and items of vocabulary. कि system of language ਦੇ ਵਿੱਚ ਕੀ ਹੁੰਦਾ ਹੈ? sounds ਵੀ ਹੁੰਦੇ ਆ, structures ਵੀ ਹੁੰਦੇ ਆ ਤੇ vocabulary ਦੀ items ਵੀ ਹੁੰਦੀਆਂ। obviously ਹੈ ਕਿ language ਸਿੱਖ ਰਹੇ ਆ ਤਾਂ ਉਹਦੇ ਵਿੱਚ ਆਪਾਂ ਉਹਨਾਂ ਦੇ rules regulation ਸਿੱਖੇ ਤੇ ਪਹਿਲਾਂ ਆਪਾਂ ਉਹਨਾਂ ਦੇ sounds ਨੂੰ ਸਿੱਖਾਂਗੇ, ਠੀਕ ਹੈ। ਸਾਊਂਡਸ ਨੂੰ ਸਿੱਖਦੇ ਆ, ਅਲਫਾਬੈਟ ਸਿੱਖਦੇ ਆ, ਫਿਰ ਉਸ ਤੋਂ ਬਾਅਦ ਹੌਲੀ ਹੌਲੀ ਦੇ ਸਟਰਕਚਰ ਨੂੰ ਸਿੱਖਦੇ ਆ ਕਿ ਕਿੱਦਾਂ ਵਰਡ ਬਣਿਆ, ਵਰਡ ਤੋਂ ਕਿੱਦਾਂ ਸੈਂਟੈਂਸ ਬਣਿਆ, ਫਿਰ ਉਹਦੇ ਵਿੱਚ ਹੋਰ ਵੋਕੈਬਲਰੀ ਜਿਹੜੀ ਆਪਣੀ ਐਡ ਹੁੰਦੀ ਜਾਂਦੀ ਹੈ। ਤਾਂ ਇਹ ਵੀ ਜਿਹੜੀ ਚੀਜ਼ ਹੈ ਇਹ ਵੀ ਕੀ ਹੈ ਉਹਦੇ ਲਈ ਟਰੂ ਹੈ, ਇਹ ਵੀ ਕੀ ਹੈ ਆਪਣੇ ਲੈਂਗੁਏਜ ਦੇ ਲਈ ਟਰੂ ਹੈ ਕਿ ਲੈਂਗੁਏਜ ਲਰਨਿੰਗ ਦੇ ਵਿੱਚ ਇਹ ਵੀ ਚੀਜ਼ ਆਉਂਦੀ ਹੈ। ਲੈਂਗੁਏਜ ਇਜ਼ ਅ ਸਕਿੱਲ ਐਂਡ ਇਟ ਹੈਜ਼ ਟੂ ਬੀ ਐਕਵਾਇਰਡ। ਲੈਂਗੁਏਜ ਇੱਕ ਸਕਿੱਲ ਹੈ ਤੇ ਇਹਨੂੰ ਐਕਵਾਇਰ ਕੀਤਾ ਜਾ ਸਕਦਾ। ਆਪਾਂ ਜਿਹੜੀ ਆਪਣੀ ਫਸਟ ਮਦਰ ਟੰਗ ਹੈ ਉਹਨੂੰ ਐਕਵਾਇਰ ਕਰਦੇ ਆ ਕਿ ਇੱਕ ਸਕਿੱਲ ਹੈ, ਇਸ ਸਕਿੱਲ ਨੂੰ ਐਕਵਾਇਰ ਕੀਤਾ ਜਾਂਦਾ, ਇਹ ਵੀ ਟਰੂ ਹੈ। language is not a outcome of the culture to which it belongs. उन्हें क्या language is not a outcome कि अपने culture तो ਉਹਦਾ ਕੋਈ ਆਊਟਕਮ ਨਹੀਂ ਆਇਆ ਕਿ ਜਿਹੜੇ ਕਲਚਰ ਨੂੰ ਆਪਾਂ ਬਿਲੋਂਗ ਕਰਦੇ ਹਾਂ ਕਿ ਉਹਦਾ ਇਫੈਕਟ ਆਪਣੀ ਲੈਂਗੁਏਜ ਉੱਤੇ ਨਹੀਂ ਪੈਂਦਾ। ਹੁਣ ਆਪਾਂ ਗੱਲ ਕਰੀਏ ਕਿ ਆਪਾਂ ਪੰਜਾਬ ਦੇ ਪਰਟੀਕੂਲਰ ਏਰੀਆ 'ਚ ਰਹਿ ਰਹੇ ਆ, ਜਿਹੜੇ ਕਿਸੇ ਦੂਸਰੇ ਏਰੀਆ 'ਚ ਰਹਿ ਰਹੇ ਆ ਉਹਨਾਂ ਦੀ ਲੈਂਗੁਏਜ ਤੋਂ ਡਿਫਰੈਂਟ ਹੁੰਦੀ ਹੈ, ਆਪਣੀ ਲੈਂਗੁਏਜ ਤੋਂ ਡਿਫਰੈਂਟ ਹੁੰਦੀ। ਕਿਉਂ? ਕਿਉਂਕਿ ਉਹਨਾਂ ਉੱਤੇ ਇਫੈਕਟ ਕਿਹਦਾ ਹੈ? ਕਲਚਰ ਦਾ ਇਫੈਕਟ ਹੈ। ਇਸੇ ਤਰ੍ਹਾਂ ਗੱਲ ਕਰੀਏ ਪੰਜਾਬੀਆਂ ਦੀ ਬੋਲੀ ਪੰਜਾਬੀ ਆ ਗਈ, ਹਰਿਆਣੇ ਦੀ ਬੋਲੀ ਹਰਿਆਣਵੀ ਆ ਗਈ, ਤੇ ਕਿਉਂ? ਕਿਉਂਕਿ ਹਰਿਆਣਾ ਦੇ ਉੱਤੇ ਜਿਹੜਾ ਉਹਨਾਂ ਦੇ ਕਲਚਰ ਦਾ ਇਫੈਕਟ ਹੈ। ਸੋ ਇਹ ਚੀਜ਼ ਜਿਹੜੀ ਹੈ ਰੋਂਗ ਹੈ ਕਿ ਲੈਂਗੁਏਜ ਇਜ਼ ਨਾਟ ਅ ਆਊਟਕਮ ਆਫ ਦੀ ਕਲਚਰ ਵਿਚ ਇਟ ਬਿਲੋਂਗ, ਕਿ ਜਿਹੜੇ ਕਲਚਰ ਨੂੰ ਇੱਕ ਲੈਂਗੁਏਜ ਜਿਹੜੀ ਬਿਲੋਂਗ ਕਰਦੀ ਹੈ ਉਹਦਾ ਕੋਈ ਇਫੈਕਟ ਨਹੀਂ ਪੈਂਦਾ, ਉਹਦਾ ਪੂਰਾ ਪ੍ਰੋਪਰ ਇਫੈਕਟ ਜਿਹੜਾ ਹੈ ਲੈਂਗੁਏਜ ਦੇ ਉੱਪਰ ਪੈਂਦਾ ਹੈ, ਰਾਈਟ। ਨੈਕਸਟ ਆ ਜਾਈਏ who claimed language as a mental organ। ਆਪਾਂ ਕੱਲ ਵੀ ਇੱਕ ਕੁਐਸਚਨ ਕੀਤਾ ਸੀ ਉਹਦੇ ਵਿੱਚ ਵੀ ਆਪਾਂ ਇਹ ਗੱਲ ਕੀਤੀ ਸੀ ਮੈਂਟਲ ਆਰਗਨ ਦੀ। ਕਿਹਨੇ ਕਿਹਾ ਕਿ ਲੈਂਗੁਏਜ ਇੱਕ ਮੈਂਟਲ ਆਰਗਨ ਹੈ? ਇਹ ਗੱਲ ਕਹੀ ਸੀ ਨੋਮ ਚੋਮਸਕੀ ਨੇ। ਨੋਮ ਚੋਮਸਕੀ ਨੇ ਕੀ ਕਿਹਾ ਸੀ? ਨੋਮ ਚੋਮਸਕੀ ਨੇ ਇੱਕ ਆਪਾਂ ਨੂੰ ਕਨਸੈਪਟ ਦਿੱਤਾ ਸੀ ਲੈਗ ਦਾ। ਲੈਗ language acquisition device, language acquisition device। ਉਹਦਾ ਕੀ ਮੰਨਣਾ ਸੀ ਕਿ ਨੋਮ ਚੋਮਸਕੀ ਨੇ ਕਨਸੈਪਟ ਦੇ ਅੰਡਰ ਕੀ ਕਿਹਾ ਸੀ ਕਿ ਆਪਣੇ ਮਾਈਂਡ ਦੇ ਵਿੱਚ, ਆਪਣੇ ਬ੍ਰੇਨ ਦੇ ਵਿੱਚ ਜਿਹੜੀ ਹੈ ਇੱਕ ਡਿਵਾਈਸ ਹੁੰਦੀ ਹੈ ਜਿਹਨੂੰ ਨਾਮ ਦਿੱਤਾ ਲੈਂਗੁਏਜ ਐਕੁਇਜ਼ੀਸ਼ਨ ਡਿਵਾਈਸ। ਉਹ ਕੀ ਕਰਦੀ ਹੈ? ਉਹ ਆਪਣੀ ਲੈਂਗੁਏਜ ਨੂੰ ਐਕਵਾਇਰ ਕਰਨ ਦੇ ਵਿੱਚ ਹੈਲਪ ਕਰਦੀ ਹੈ। ਕਹਿਣ ਦਾ ਮਤਲਬ ਕੀ ਹੈ ਕਿ ਇੱਕ ਬੱਚੇ ਦੇ ਵਿੱਚ ਇਨੇਟ ਕੈਪੇਬਿਲਿਟੀ ਹੁੰਦੀ ਹੈ, ਜਨਮ ਤੋਂ ਹੀ ਇੱਕ ਏਦਾਂ ਦੀ क्षमता ਹੁੰਦੀ ਹੈ ਜਿਹਦੇ ਨਾਲ ਕਿ ਉਹ ਲੈਂਗੁਏਜ ਨੂੰ
एक्वायर करता है। हुण आपां देखिए कि छोटा बच्चा है, ਜਦੋਂ ਇੱਕ ਬੱਚਾ ਜਨਮ ਲੈਂਦਾ ਹੈ ਤਾਂ ਇਹ ਨਹੀਂ ਹੈ ਕਿ ਉਹਨੂੰ ਮੀਨਸ ਕਿ ਜਨਮ ਲੈਂਦੇ ਹੀ ਉਹਨੂੰ ਬੋਲਣਾ ਆ ਜਾਂਦਾ ਹੈ। ਉਹ ਕਿੱਥੋਂ ਬੋਲਣਾ ਸਿੱਖਦਾ ਹੈ? ਆਪਣੇ এনवायरमेंट ਤੋਂ ਹੌਲੀ ਹੌਲੀ ਉਹ ਐਕਵਾਇਰ ਕਰਦਾ ਹੈ। ਹੁਣ ਇੱਕ ਚੀਜ਼ ਹੋਰ, ਮੈਂ ਕਿਹਾ ਕਿ ਉਹ ਆਪਣੇ এনवायरमेंट ਤੋਂ ਹੌਲੀ ਹੌਲੀ ਐਕਵਾਇਰ ਕਰਦਾ ਹੈ। ਉਹਨੇ ਐਕਵਾਇਰ ਕਰਨ ਦੇ ਜਦੋਂ ਉਹਨੇ ਫਸਟ ਲੈਂਗੁਏਜ ਸਿੱਖੀ ਤਾਂ ਪਹਿਲਾਂ ਉਹਨੂੰ ਕੋਈ ਆਪਾਂ ਗ੍ਰਾਮਰ ਦੇ ਰੂਲਸ ਨਹੀਂ ਸਮਝਾਏ। ਇਹ ਨਹੀਂ ਕਿ ਉਹਦੇ ਬੱਚੇ ਦੇ ਹੱਥ 'ਚ ਆਪਾਂ ਇੱਕ ਬੁੱਕ ਪਕੜਾ ਦਿੱਤੀ ਕਿ ਹਾਂ ਇਹਨੂੰ ਬੈਠ ਔਰ ਪੜ੍ਹ, ਔਰ ਇਹਨੂੰ ਪੜ੍ਹ ਕੇ ਆਪਾਂ ਦੱਸਦੇ ਪਏ ਕਿ ਪਹਿਲਾਂ ਇੱਥੇ ਆ ਆਏਗਾ ਜਾਂ ਗ੍ਰਾਮਰ ਦੇ ਇਸ ਰੂਲ ਨੂੰ ਪਹਿਲਾਂ ਇਹ ਨਾउन ਹੁੰਦਾ ਹੈ, ਪ੍ਰੋਨਾउन ਹੁੰਦਾ। ਆਪਾਂ ਇਹ ਚੀਜ਼ਾਂ ਉਹਨੂੰ ਨਹੀਂ ਸਮਝਾਈਆਂ। ਆਪਣੇ ਵੱਲ ਦੇਖ ਦੇਖ ਕੇ ਬੱਚੇ ਨੇ ਆਟੋਮੈਟਿਕਲੀ ਉਸ ਚੀਜ਼ ਨੂੰ ਐਕਵਾਇਰ ਕਰਨਾ ਸ਼ੁਰੂ ਕਰ ਦਿੱਤਾ। ਤੇ ਇਸੇ ਵੀ ਤਰ੍ਹਾਂ ਇਹੀ ਚੀਜ਼ ਹੋ ਗਈ ਕਿ ਉਹਨੇ ਕਿਹਾ ਸੀ ਕਿ ਇੱਕ ਬੱਚੇ ਦੇ ਵਿੱਚ ਜਿਹੜੀ ਬਿਲਕੁਲ ਇੱਕ ਬੱਚੇ ਵਿੱਚ ਨਹੀਂ, ਹਰ ਪਰਸਨ ਦੇ ਵਿੱਚ ਇੱਕ ਡਿਵਾਈਸ ਹੁੰਦੀ ਹੈ, ਦੇ ਬ੍ਰੇਨ ਦੇ ਵਿੱਚ ਇੱਕ ਡਿਵਾਈਸ ਹੁੰਦੀ ਹੈ, ਲੈਂਗੁਏਜ ਐਕੁਇਜ਼ੀਸ਼ਨ ਡਿਵਾਈਸ, ਜਿਹਨੂੰ ਕਿ ਉਹਨੇ ਇੱਕ ਮੈਂਟਲ ਆਰਗਨ ਦਾ ਨਾਮ ਹੈ ਕਿ ਇਹ ਜਿਹੜੀ ਡਿਵਾਈਸ ਨੇ ਕਿਹਾ ਕਿ ਇਹ ਇੱਕ ਮੈਂਟਲ ਆਰਗਨ ਹੁੰਦਾ ਹੈ ਜੋ ਕਿ ਆਪਣੇ ਬ੍ਰੇਨ ਦੇ ਵਿੱਚ ਪਾਇਆ ਜਾਂਦਾ ਹੈ। ਰਾਈਟ, ਨੈਕਸਟ ਹੈ ਜੀ, there is at least one characteristic that is common to every successful language learning experience we have ever known, and that the learner is exposed one way as another to an adequate amount of the data of the language to be learned. ਇਹ views ਕਿਹਨੇ ਦਿੱਤੇ ਸੀਗੇ? there is at least one characteristic ਕਿ ਇੱਥੇ ਕਿ ਇੱਕ ਆਖਿਰਕਾਰ ਇੱਕ characteristics ਹੁੰਦੀ ਹੈ that is common to every successful learning experience, language learning experience, ਜਿਹੜੀ ਕਿ ਹਰ ਮੀਨ ਕਿ ਕੋਈ ਵੀ ਆਪਾਂ ਲੈਂਗੁਏਜ ਨੂੰ ਸਿੱਖਦੇ ਹੋ ਚ ਇੱਕ ਕਾਮਨ ਹੁੰਦੀ ਹੈ, we have ever known, ਜਿਹਨੂੰ ਕਿ ਆਪਾਂ ਕਦੀ ਜਾਣਦੇ ਆ, and the learner is exposed one way as another to an adequate amount of the data of the language to be learned। ਤੇ ਜਿਹੜਾ learner ਹੈਗਾ ਆ ਉਹ ਕਿਤੇ ਨਾ ਕਿਤੇ ਜਿਹੜਾ ਆ ਉਹ ਮੀਨ ਕਿ ਜੋ ਇੱਕ ਕੋਈ ਨਾ ਕਿਸੇ ਤਰੀਕੇ ਨਾਲ ਇੱਕ ਐਡਿਕੇਟ ਅਮਾਉਂਟ ਜਿਹੜੀ ਜੋ ਉਹਨੇ ਪਹਿਲਾਂ ਸਿੱਖਿਆ ਹੋਇਆ ਉਹਦੇ ਤੋਂ ਉਹ ਹੋਰ ਜਿਹੜਾ ਆ ਨਵਾਂ ਸਿੱਖਦਾ ਹੈ, ਉਸ ਕਾਮਨ ਚੀਜ਼ ਨੂੰ ਲੈ ਕੇ ਚੱਲਦਾ ਹੈ। ਇਹ ਜਿਹੜੀ ਕੇਸ ਸੀ ਇਹ ਵਿਊਜ਼ ਸੀਗੇ ਰੁਦਰਫੋਰਡ ਦੇ। Which of the following statements is not true about skimming? Which of the following statement is not true about skimming? ਸਕਿਮਿੰਗ ਦੀ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ, ਸਕਿਮਿੰਗ ਦੀ ਗੱਲ ਜਿਹੜੀ ਆਪਾਂ ਆਪਣੀ ਪਿਛਲੀ ਕਲਾਸਿਸ ਉਹਨਾਂ ਵਿੱਚ ਵੀ ਕੀਤੀ ਸੀ। ਸਕਿਮਿੰਗ ਦਾ ਮਤਲਬ ਕੀ ਹੁੰਦਾ ਹੈ? ਸਕਿਮਿੰਗ ਦਾ ਮਤਲਬ ਮੈਂ ਦੱਸਿਆ ਸੀ ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਬਿਲਕੁਲ ਡਿਟੇਲ ਵਿੱਚ ਜਾ ਕੇ ਜਾਂ ਉਹਨੂੰ ਇੱਕ ਲਾਈਨ ਟੂ ਲਾਈਨ ਨਹੀਂ ਪੜ੍ਹਦੇ, ਉਹਦਾ ਮੀਨਸ ਕਿ ਸਕਿਮਿੰਗ ਦਾ ਮਤਲਬ ਕਿ ਉਹਦੇ ਸੈਂਟਰਲ ਆਈਡੀਆ ਨੂੰ ਉਠਾ ਲਿਆ, ਕਿ ਉਹਦੀ ਹੈਡਿੰਗਸ ਨੂੰ ਪੜ੍ਹ ਕੇ ਤੇ ਪੁਆਇੰਟਸ ਨੂੰ ਪੜ੍ਹ ਕੇ ਆਪਾਂ ਇੱਕ ਉਹਦੀ ਸਕਿਮਿੰਗ ਮੀਨਸ ਕਿ ਉਹਦਾ ਇੱਕ ਸੈਂਟਰਲ ਆਈਡੀਆ ਉਠਾ ਲਿਆ, ਉਹਨੂੰ ਆਪਾਂ ਕਹਿੰਦੇ ਆ ਸਕਿਮਿੰਗ। ਤੇ ਹੁਣ ਇਹਦੇ ਵਿੱਚ ਕਿਹੜੀ ਜਿਹੜੀ ਹੈ ਸਕਿਮਿੰਗ ਨੂੰ ਐਕਸਪਲੇਨ ਕਰ ਰਹੀ, ਕਿਹੜੀ ਚੀਜ਼ ਜਿਹੜੀ ਸਕਿਮਿੰਗ ਦੇ ਲਈ ਬਿਲਕੁਲ ਸਹੀ ਹੈ। ਇਟ ਮੀਨਸ ਅ ਡਿਟੇਲਡ ਸਟੱਡੀ ਆਫ ਦ ਟੈਕਸਟ ਬੁੱਕ ਫॉर ਥਰੂ ਮਾਸਟਰੀ ਆਫ ਦੀ ਲੈਂਗੁਏਜ। ਮੈਂ ਪਹਿਲਾਂ ਹੀ ਕਿਹਾ ਕਿ ਸਕਿਮਿੰਗ ਨੂੰ ਜਿਹੜੀ ਆਪਾਂ ਡਿਟੇਲ ਲਾਈਨ ਟੂ ਲਾਈਨ ਨਹੀਂ ਪੜ੍ਹਦੇ, ਮੀਨਸ ਕਿ ਆਪਾਂ ਉਹਦਾ ਓਵਰਆਲ ਇੱਕ ਆਈਡੀਆ ਉਠਾਉਂਦੇ। ਸੋ ਦਿਸ ਇਜ਼ ਨਾਟ ਟਰੂ। It is a study of content, material, words, phrases, and the study of grammar based on it। ਹੁਣ ਮੈਂ ਪਹਿਲਾਂ ਗੱਲ ਤੇ ਇੱਥੇ ਵੀ ਉਹੀ ਆ ਗਈ ਕਿ ਡਿਟੇਲ ਦੇ ਵਿੱਚ ਆ ਕੇ ਪੂਰਾ ਮਟੀਰੀਅਲ, ਵਰਡ, ਫਰੇਜ਼ਿਸ, ਗ੍ਰਾਮਰ ਹਰ ਚੀਜ਼ ਨੂੰ ਪੜ੍ਹਿਆ ਨਹੀਂ। ਮੈਂ ਕੀ ਕਿਹਾ ਕਿ ਆਪਾਂ ਸਕਿਮਿੰਗ ਦਾ ਮਤਲਬ ਕੀ ਹੈ? ਇੱਕ ਉਹਦਾ ਸੈਂਟਰਲ ਆਈਡੀਆ ਉਠਾਇਆ, ਸੈਂਟਰਲ ਆਈਡੀਆ ਉਠਾਇਆ, ਉਹਨੂੰ ਡਿਟੇਲ ਦੇ ਵਿੱਚ ਆਪਾਂ ਨਹੀਂ ਗਏ। It is the technique of reading in order to get a general overview of the text। ਕਿ ਜੋ ਟੈਕਸਟ ਦਿੱਤਾ ਹੋਇਆ ਉਹਦਾ ਇੱਕ ਜਨਰਲ ਓਵਰਵਿਊ ਉਠਾਇਆ, ਉਹਦਾ ਇੱਕ ਸੈਂਟਰਲ ਆਈਡੀਆ ਉਠਾਇਆ ਕਿ ਕੀ ਇਹਦੇ ਵਿੱਚ ਦਿੱਤਾ ਹੋਇਆ, ਉਹਨੂੰ ਲਾਈਨ ਟੂ ਲਾਈਨ ਜਾਂ ਉਹਦੀ ਗ੍ਰਾਮਰ ਵਰਡਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਸਕਿਮਿੰਗ ਕੀ ਹੈ? ਇਟ ਇਜ਼ ਦ ਟੈਕਨੀਕ ਆਫ ਰੀਡਿੰਗ in order to get a general overview of the text। Last की सी, it is an act of reading backward, कि backward पढ़ना नहीं, this is not right। नेक्स्ट आ जाइए, vocabulary required of a high school student for academic purpose is acquired। ਇੱਕ ਹਾਈ ਸਕੂਲ ਦਾ ਜਿਹੜਾ ਸਟੂਡੈਂਟ ਹੈ ਉਹਦੇ ਲਈ ਜਿਹੜੀ vocabulary ਦੀ ਜ਼ਰੂਰਤ ਹੁੰਦੀ ਹੈ, ਉਹਨੇ academic purpose ਦੇ ਲਈ ਜਿਹੜੀ ਹੈ ਉਹ ਮੀਨਸ ਕਿ ਉਹਨੂੰ vocabulary ਦੀ ਜ਼ਰੂਰਤ ਹੈ, ਉਹਨੇ ਕਿੱਥੋਂ ਐਕਵਾਇਰ ਕਰਨੀ ਹੈ? ਬਾਈ ਟੌਟ ਮੈਨਰ। ਹਾਈ ਸਕੂਲ ਦਾ ਸਟੂਡੈਂਟ ਹੈ, ਤੁਸੀਂ ਜੋ ਉਹਨੂੰ ਵਰਡ ਸਿਖਾ ਦਿੰਦੇ ਕਿ ਉਹ ਬਸ ਉਹਦੇ ਉੱਤੇ ਹੀ ਸੀਮਿਤ ਰਹਿ ਜਾਏਗਾ। ਬਾਈ ਰੋਟ ਲਰਨਿੰਗ। ਰੋਟ ਲਰਨਿੰਗ ਦਾ ਮਤਲਬ ਕੀ ਹੁੰਦਾ ਹੈ? ਰੋਟ ਲਰਨਿੰਗ ਦਾ ਮਤਲਬ ਕਿ ਜਦੋਂ ਆਪਾਂ ਕਿਸੇ ਬੱਚੇ ਨੂੰ ਰੱਟਾ ਲਗਵਾਉਂਦੇ ਆ ਨਾ ਕਿਸੇ ਚੀਜ਼ ਦਾ, ਬੱਚੇ ਦਾ ਕੋਈ ਇੰਟਰਸਟ ਨਹੀਂ ਉਸ ਚੀਜ਼ ਨੂੰ ਸਿੱਖਣ ਦੇ ਵਿੱਚ, ਆਪਾਂ ਉਹਨੂੰ ਰੱਟਾ ਲਵਾਤਾ ਕਿ ਹਾਂ ਬਸ ਆਹ ਚੀਜ਼ ਹੈ, ਕਿ ਰੱਟਾ ਲਗਾ ਕੇ ਆਪਾਂ vocabulary ਸਿੱਖ ਸਕਦੇ ਹਾਂ। built up gradually and incrementally through reading, कि
ਹੌਲੀ ਹੌਲੀ ਗ੍ਰੈਜੂਅਲੀ ਦਾ ਮਤਲਬ ਕੀ ਹੈ ਕਿ ਹੌਲੀ ਹੌਲੀ ਇਸ ਚੀਜ਼ ਨੂੰ ਇੱਕ ਬਿਲਡ ਕਰਨਾ ਤੇ ਉਹਦੇ ਵਿੱਚ ਮੀਨਸ ਕਿ ਰੀਡਿੰਗ ਦੇ ਥਰੂ ਕਿਸੇ ਚੀਜ਼ ਨੂੰ ਪੜ੍ਹ ਕੇ ਆਪਾਂ ਜਿਹੜੀ ਉਹਨੂੰ ਇਨਕਰੀਜ਼ ਕਰਦੇ ਜਾਣਾ ਕਿ ਬੱਚੇ ਨੂੰ ਇੱਕ ਦੋ ਵਰਡ ਆਪਾਂ ਸਿਖਾ ਦਿੱਤੇ ਜੇ ਕਿ ਉਹਦੇ ਨਾਲ ਬੱਚੇ ਦੀ ਵੋਕੈਬਲਰੀ ਬਣ ਜਾਏਗੀ ਤਾਂ ਨਹੀਂ ਰੋਟ ਲਰਨਿੰਗ ਨਹੀਂ built up gradually and incrementally through reading ਕੀ ਕਹਿਣ ਦਾ ਮਤਲਬ ਕੀ ਹੈ ਦੇਖੋ ਵੋਕੈਬਲਰੀ ਹੈ ਜੇ ਹੁਣ ਆਪਾਂ ਕਹੀਏ ਕਿ ਬੱਚੇ ਨੂੰ ਆਪਾਂ ਜੋ ਕੋਈ 5-10 ਵਰਡ ਕਲਾਸ ਦੇ ਵਿੱਚ ਸਿਖਾ ਲਏ ਉਹ ਉਹਦੇ ਲਈ ਸਫੀਸ਼ੀਐਂਟ ਹੈ ਕਿ ਉਹ ਸਫੀਸ਼ੀਐਂਟ ਹੈ ਉਹਦੇ ਲਈ ਆਪਾਂ ਆਪਣੀ ਹੀ ਗੱਲ ਕਰੀਏ ਕਿ ਆਪਾਂ ਜੇ ਕਹੀਏ ਕਿ ਆਪਾਂ ਇੰਨੀਆਂ ਕਲਾਸਿਸ ਕੀਤੀਆਂ ਜੇ ਆਪਣੀ ਰੀਡਿੰਗ ਜਾਂ ਆਪਣੀ ਜਿਹੜੀ ਵੋਕੈਬਲਰੀ ਸਿਰਫ ਉਹਨਾਂ ਚੀਜ਼ਾਂ ਦੇ ਉੱਤੇ ਹੀ ਬੇਸਡ ਰਹਿੰਦੀ ਕਿ ਜੋ ਆਪਾਂ ਨੂੰ ਕਲਾਸ ਵਿੱਚ ਸਿਖਾਇਆ ਆਪਾਂ ਉਹਨੂੰ ਹੀ ਮੀਨਸ ਕਿ ਸਿੱਖ ਲਿਆ ਜਾਂ ਕਹ ਲਓ ਕਿ ਰੱਟਾ ਲਗਾ ਕੇ ਰੱਖ ਲਿਆ ਉਹਦੇ ਨਾਲ ਆਪਣੀ ਵੋਕੈਬਲਰੀ ਇਨਕਰੀਜ਼ ਨਹੀਂ ਹੋਈ ਉਹ ਤਾਂ ਇੱਕ ਲਿਮਿਟਡ ਜੇ ਚੀਜ਼ ਹੋ ਗਈ ਨਾ ਵੋਕੈਬਲਰੀ ਕਿੱਥੋਂ ਇਨਕਰੀਜ਼ ਹੁੰਦੀ ਹੈ ਵੋਕੈਬਲਰੀ ਇਨਕਰੀਜ਼ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਜਦੋਂ ਵੀ ਆਪਾਂ ਮੀਨਸ ਕਿ ਕੁਝ ਰੀਡ ਕਰਦੇ ਆ ਹੌਲੀ ਹੌਲੀ ਜੇ ਆਪਾਂ ਕਹੀਏ ਕਿ ਇੱਕ ਦਿਨ ਦੇ ਵਿੱਚ ਜਾਂ 2 ਦਿਨ ਦੇ ਵਿੱਚ ਆਪਣੀ ਵੋਕੈਬਲਰੀ ਇਨਕਰੀਜ਼ ਹੋ ਜਾਏ ਤਾਂ ਉਹ ਨਹੀਂ ਹੋ ਸਕਦਾ ਥਰੂ ਆਊਟ ਲਾਈਫ ਆਪਣੀ ਪੂਰੀ ਲਾਈਫ ਦੇ ਵਿੱਚ ਆਪਾਂ ਹਰ ਰੋਜ਼ ਇੱਕ ਨਵਾਂ ਵਰਡ ਸਿੱਖਦੇ ਹਰ ਰੋਜ਼ ਕੁਝ ਨਾ ਕੁਝ ਨਵਾਂ ਆਪਾਂ ਨੂੰ ਸਿੱਖਣ ਨੂੰ ਮਿਲਦਾ ਹੈ ਤੁਸੀਂ ਅੱਜ ਵੀ ਜੇ ਮੈਂ ਕਹਾਂ ਕਿ ਹਾਂ ਠੀਕ ਹੈ ਅੱਜ ਮੇਰੇ ਕੋਲ ਇੰਨੀ ਐਜੂਕੇਸ਼ਨ ਹੈ ਮੈਂ ਤੁਹਾਨੂੰ ਟੀਚ ਕਰਵਾ ਰਹੀ ਹਾਂ ਤਾਂ ਮੈਨੂੰ ਸਾਰੇ ਵੋਕੈਬਲਰੀ ਆਉਂਦੀ ਹੈ ਨੋ ਦਿਸ ਇਜ਼ ਨਾਟ ਰਾਈਟ ਕਿ ਜੇ ਮੈਂ ਆਪਣੀ ਵੀ ਗੱਲ ਕਰਾਂ ਮੈਂ ਅੱਜ ਵੀ ਕਈ ਵਾਰ ਕੋਈ ਬੁੱਕ ਉਠਾ ਕੇ ਜਾਂ ਕੋਈ ਵੀ ਕਿਤੋਂ ਵਰਡ ਕਈ ਵਾਰੀ ਕੋਈ ਨਾ ਕੋਈ ਵਰਡ ਹੁੰਦਾ ਜਿਹੜਾ ਮੈਨੂੰ ਨਹੀਂ ਪਤਾ ਹੁੰਦਾ ਲੇਕਿਨ ਉਹਨੂੰ ਪੜ੍ਹ ਕੇ ਆਪਾਂ ਨੂੰ ਪਤਾ ਹੁੰਦਾ ਕਿ ਆਪਾਂ ਨੂੰ ਇਸ ਵਰਡ ਦਾ ਮੀਨਿੰਗ ਨਹੀਂ ਪਤਾ ਆਪਾਂ ਉਸ ਦਾ ਮੀਨਿੰਗ ਨੂੰ ਫਾਈਂਡ ਕਰਦੇ ਆ ਔਰ ਫਿਰ ਆਪਾਂ ਉਸ ਵਰਡ ਨੂੰ ਲਰਨ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਵਰਡ ਆਪਣਾ ਖੁਦ ਦਾ ਹੋ ਜਾਂਦਾ ਜਦੋਂ ਆਪਾਂ ਨੂੰ ਹੌਲੀ ਹੌਲੀ ਯੂਜ਼ ਕਰਦੇ ਆ ਤੇ ਉਹੀ ਚੀਜ਼ ਹੋ ਗਈ ਕਿ ਜਿਹੜੀ ਵੋਕੈਬਲਰੀ ਹੈ ਉਹ ਗ੍ਰੈਜੂਅਲੀ ਜਿਹੜੀ ਹੈ ਬਿਲਡ ਹੁੰਦੀ ਹੈ ਰੀਡਿੰਗ ਦੇ ਥਰੂ ਕਿ ਰੀਡਿੰਗ ਵਿੱਚ ਡੇਲੀ ਆਪਾਂ ਕੁਝ ਰੀਡ ਕਰਾਂਗੇ ਤਾਂ ਆਪਾਂ ਜਿਹੜੇ ਨਵੇਂ ਟੌਪਿਕਸ ਜਿਹੜੇ ਆਪਾਂ ਨੂੰ ਮੀਨਸ ਕਿ ਉਹ ਮਿਲਣਗੇ ਆਪਾਂ ਕੋਈ ਨਾ ਕੋਈ ਨਵਾਂ ਵਰਡ ਜਿਹੜਾ ਉੱਥੋਂ ਸਿੱਖਾਂਗੇ which of the following statement is or are correct ਕਿਹੜੀ statement ਜਿਹੜੀ ਹੈ correct ਹੈ grammar can be introduced after basic linguistics and competence is acquired ਕਿ ਜਿਹੜੀ grammar ਆਪਾਂ introduce ਕਰਨੀ ਹੈ ਪਹਿਲਾਂ basic linguistic ਜਿਹੜੇ ਆਪਣੇ ਕੰਪੀਟੈਂਸ ਹੈ ਮੀਨ ਕਿ ਪਹਿਲਾਂ ਆਪਾਂ ਲਿੰਗੁਇਸਟਿਕ ਦੀ ਉਹਨਾਂ ਨੂੰ ਬੱਚੇ ਨੂੰ ਨੌਲੇਜ ਦੇਣੀ ਹੈ ਕਿ ਕਿੱਦਾਂ ਗ੍ਰਾਮਰ ਦੇ ਰੂਪ ਆਪਾਂ ਫੇਰ ਲਗਾਣੇ ਪਹਿਲਾਂ ਆਪਾਂ ਨੂੰ ਵਰਡ ਸੈਂਟੈਂਸ ਜਿਹੜੀ ਹੈ ਇਹ ਚੀਜ਼ਾਂ ਸਿਖਾਣੀਆਂ ਹੈ ਨਾ ਫਿਰ ਉਸ ਤੋਂ ਬਾਅਦ ਆਪਾਂ ਗ੍ਰਾਮਰ ਦੇ ਰੂਲਸ ਤੇ ਪਹੁੰਚਣਾ ਹੈ ਸੈਕਿੰਡ ਉਹਨੇ ਕੀ ਕਿਹਾ ਗ੍ਰਾਮਰ ਸਰਵਸ ਐਜ਼ ਅ ਟੂਲ ਫॉर ਇਨਕਰੀਜ਼ਿੰਗ ਦਾ ਲੈਂਗੁਏਜ ਰੈਪਰਟੋਇਰ ਕਿ ਜਿਹੜੀ ਆ ਗ੍ਰਾਮਰ ਕੀ ਕਰਦੀ ਆ ਇਹ ਐਜ਼ ਅ ਟੂਲ ਇੱਕ ਟੂਲ ਦਾ ਕੰਮ ਕਰਦੀ ਹੈ ਲੈਂਗੁਏਜ ਨੂੰ ਹੋਰ ਅੱਗੇ ਸਿੱਖਣ ਦੇ ਲਈ ਨੈਕਸਟ ਉਹਨੇ ਕੀ ਕਿਹਾ ਗ੍ਰਾਮਰ ਇਜ਼ ਅ ਟੂਲ ਫॉर ਅੰਡਰਸਟੈਂਡਿੰਗ ਦਾ ਕੰਸਟਰਕਸ਼ਨ ਆਫ ਟੈਕਸਟ ਰਿਹੋਟਰਿਕ ਐਂਡ ਆਰਗੂਮੈਂਟੇਸ਼ਨ ਰਿਹੋਟਰਿਕ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਆਪਾਂ ਗੱਲ ਕਰੀਏ ਕਿ ਮੀਨਸ ਕਿ ਉਹ ਲੈਂਗੁਏਜ ਜਾਂ ਉਹ ਚੀਜ਼ ਜਦੋਂ ਆਪਾਂ ਕਿਸੇ ਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਹਮੇਸ਼ਾ ਉਹ ਸਹੀ ਮੀਨਸ ਕਿ ਬਿਲਕੁਲ ਐਗਜ਼ੈਕਟ ਹੈ ਜਾਂ ਸਹੀ ਹੈ ਉਸ ਤਰ੍ਹਾਂ ਦੀ ਨਹੀਂ ਕਈ ਵਾਰੀ ਉਹਦੇ ਵਿੱਚ ਰਿਊਡ ਬਿਹੇਵੀਅਰ ਵੀ ਆ ਜਾਂਦਾ ਕਿ ਉਹ ਜਿਹੜੀ ਚੀਜ਼ ਹੈ ਟੈਕਸਟ ਜਿਹੜਾ ਰਿਹੋਟਰਿਕ ਟੈਕਸਟ ਜਾਂ ਆਰਗੂਮੈਂਟੇਸ਼ਨ ਕਿਸੇ ਦੇ ਨਾਲ ਕਰਨੀ ਉਹਨੂੰ ਉਹ ਵੀ ਮੀਨ ਕਿ ਗ੍ਰਾਮਰ ਉਹਦੇ ਵਿੱਚ ਹੈਲਪ ਕਰਦੀ ਉਸ ਚੀਜ਼ ਨੂੰ ਅੰਡਰਸਟੈਂਡ ਕਰਨ ਦੇ ਵਿੱਚ ਆਪਣਾ ਆਨਸਰ ਆ ਜਾਏਗਾ ਆਲ ਆਫ ਦਾ ਵਰਕ ਕਿਉਂਕਿ ਇਹ ਸਾਰੀਆਂ ਚੀਜ਼ਾਂ ਹੀ ਆਪਣੇ ਲਈ ਉਹਦੇ ਵਿੱਚ ਆ ਜਾਂਦੀਆਂ ਆ ਮੀਨਸ ਕਿ ਗ੍ਰਾਮਰ ਜਿਹੜੀ ਆ ਇਹ ਹਰ ਚੀਜ਼ ਦੇ ਲਈ ਜ਼ਰੂਰੀ ਹੈ ਕਿ ਗ੍ਰਾਮਰ ਜਿਹੜੀ ਹੈ ਲਿੰਗੁਇਸਟਿਕ ਜਿਹੜੇ ਆ ਮੇਨ ਉਹਦੇ ਕੰਪੀਟੈਂਸ ਹੈ ਉਹਨਾਂ ਨੂੰ ਐਕਵਾਇਰ ਕਰਨ ਤੋਂ ਬਾਅਦ ਹੀ ਆਪਾਂ ਗ੍ਰਾਮਰ ਤੇ ਪਹੁੰਚਦੇ ਹਾਂ ਉਸ ਤੋਂ ਬਾਅਦ ਮੀਨਸ ਕਿ ਐਜ਼ ਅ ਲੈਂਗੁਏਜ ਰੈਪਰਟੋਇਰ ਵੀ ਉਹਦੇ ਐਜ਼ ਅ ਟੂਲ ਦੇ ਕੰਮ ਕਰਦੀ ਹੈ ਔਰ ਆਰਗੂਮੈਂਟੇਸ਼ਨ ਔਰ ਰਿਹੋਟਰਿਕ ਕੰਸਟਰਕਸ਼ਨ ਦੇ ਟੂਲਸ ਦੀ ਤਰ੍ਹਾਂ ਵੀ ਉਹਨੂੰ ਕੰਮ ਕਰਦੀ ਹੈ ਸੋ ਆਲ ਥੀਸ ਆਰ ਟਰੂ next question is speech made without pre preparation ਉਹ speech ਜਿਹੜੀ ਕਿਸੇ preparation ਤੋਂ ਬਿਨਾ ਹੀ ਦਿੱਤੀ ਜਾਂਦੀ ਨੂੰ ਆਪਾਂ ਕੀ ਕਹਿੰਦੇ ਆ first one is debate second is declamation third extempore and fourth is all the above debate ਦਾ ਮਤਲਬ ਕੀ ਹੈ debate ਦਾ ਮਤਲਬ ਹੁੰਦਾ ਹੈ ਕਿ ਇੱਕ ਜੋ ਮੀਨਸ ਕਿ ਇੱਕ ਟੌਪਿਕ ਦੇ ਜਿਹਦੇ ਅਗੇਂਸਟ ਔਰ ਜਿਹੜੇ ਉਹਦੇ ਫੇਵਰ ਦੇ ਵਿੱਚ ਆਪਾਂ ਬੋਲਣਾ ਹੁੰਦਾ ਉਹਨੂੰ ਆਪਾਂ ਕਹਿੰਦੇ ਆ ਡਿਬੇਟ ਸੈਕਿੰਡ ਹੈ ਡੈਕਲਾਮੇਸ਼ਨ ਡੈਕਲਾਮੇਸ਼ਨ ਕੀ ਹੁੰਦਾ ਇੱਕ ਟੌਪਿਕ ਦਿੱਤਾ ਜਾਂਦਾ ਉਸ ਟੌਪਿਕ ਦੇ ਉੱਤੇ ਸਪੀਚ ਦੇਣੀ ਹੁੰਦੀ ਹੈ ਔਰ ਐਕਸਟੈਂਪੋਰ ਕੀ ਹੁੰਦਾ ਡਿਬੇਟ ਦਾ ਟੌਪਿਕ ਵੀ ਆਪਾਂ ਨੂੰ ਪਹਿਲਾਂ ਦਿੱਤਾ ਜਾਂਦਾ ਹੈ ਡੈਕਲਾਮੇਸ਼ਨ ਦਾ ਟੌਪਿਕ ਵੀ ਪਹਿਲਾਂ ਦਿੱਤਾ ਜਾਂਦਾ ਪ੍ਰੀਪੇਅਰ ਕਰਨ ਲਈ ਆਪਾਂ ਨੂੰ ਟਾਈਮ ਦੇ ਦਿੰਦਾ ਐਕਸਟੈਂਪੋਰ ਕੀ ਹੁੰਦਾ ਐਕਸਟੈਂਪੋਰ ਦਾ ਮਤਲਬ ਹੁੰਦਾ ਔਨ ਦਾ ਸਪੋਟ ਇੱਕ ਟੌਪਿਕ ਦਿੱਤਾ ਜਾਂਦਾ ਹੈ ਤੇ ਬੱਚੇ ਨੂੰ ਟਾਈਮ ਤੇ ਜਾਂਦਾ ਕਿ 1 ਜਾਂ 2 ਮਿੰਟ ਦਾ ਟਾਈਮ ਤੇ ਜਾਂਦਾ ਕਿ ਉਹਨੇ ਉਹਦੇ ਬਾਰੇ ਸੋਚ ਕੇ ਜਿਹੜਾ ਆ ਉਸ ਟੌਪਿਕ ਦੇ ਉੱਪਰ ਬੋਲਣਾ ਹੁੰਦਾ ਉਹਨੂੰ ਹੁੰਦਾ ਐਕਸਟੈਂਪੋਰ ਇੱਥੇ ਨੇ ਕਿਹਾ ਕਿ ਸਪੀਚ ਮੇਡ ਵਿਦਆਊਟ ਪ੍ਰੀ ਪ੍ਰੈਪਰੇਸ਼ਨ
कोई प्री प्रैपरेशन नहीं है, वो कहते विच है एक्सटेम्पोर दे विच ऑन द स्पॉट जिहड़ा टॉपिक है वो किहड़ा होएगा एक्सटेम्पोर, जिथे कि पहला तो कोई प्रैपरेशन नहीं की जाती, राइट। सो दिस वाज ऑल अबाउट फॉर टुडेज क्लास। डेली हुण आपां 12 बजे जिहड़ी आ एक यूट्यूब ते लाइव क्लास लैके आया करांगे। सो होप तुसीं सारे जिहड़े आ इहदे नाल जुड़ोगे ते इतों कोई ना कोई फायदा जिहड़ा आ हासिल करोगे। थैंक यू।